नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਸਮਾਜਿਕ ਅਤੇ ਧਾਰਮਿਕ ਸੁਧਾਰ ਅੰਦੋਲਨ ਬ੍ਰਹਮੋ ਸਮਾਜ। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਹਾਂਜੀ, ਬ੍ਰਹਮੋ ਸਮਾਜ। ਬ੍ਰਹਮੋ ਸਮਾਜ ਨੇ ਭਾਰਤੀ ਸਮਾਜ ਨੂੰ ਇੱਕ ਨਵੀਂ ਵਿਚਾਰਧਾਰਾ ਪ੍ਰਦਾਨ ਕੀਤੀ। ਭਾਰਤੀ ਸਮਾਜ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜੀਵਨ ਦੇ ਹਰ ਇੱਕ ਖੇਤਰ ਦੇ ਵਿੱਚ, ਭਾਵੇਂ ਉਹ ਐਜੂਕੇਸ਼ਨ ਫੀਲਡ ਸੀਗਾ, ਭਾਵੇਂ ਉਹ ਸਮਾਜਿਕ ਫੀਲਡ ਸੀ ਜਾਂ ਧਾਰਮਿਕ ਫੀਲਡ ਸੀ। ਹਰ ਇੱਕ ਖੇਤਰ ਦੇ ਵਿੱਚ ਬ੍ਰਹਮੋ ਸਮਾਜ ਨੇ ਭਾਰਤੀ ਸਮਾਜ ਨੂੰ ਇੱਕ ਨਵੀਂ ਵਿਚਾਰਧਾਰਾ ਪ੍ਰਦਾਨ ਕੀਤੀ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਬ੍ਰਹਮੋ ਸਮਾਜ ਇੱਕ ਧਾਰਮਿਕ ਸੰਸਥਾ ਦੇ ਰੂਪ ਵਿੱਚ। ਹਿੰਦੂ ਧਰਮ ਨੂੰ ਸੁਧਾਰਨ ਦੇ ਲਈ ਜਿਹੜਾ ਸਭ ਤੋਂ ਪਹਿਲਾ ਜਿਹੜਾ ਅੰਦੋਲਨ ਸੀ ਉਹ ਸੀ ਬ੍ਰਹਮੋ ਸਮਾਜ। ਜਿਹੜਾ ਬ੍ਰਹਮੋ ਸਮਾਜ ਸੀ ਉਹ ਆਧੁਨਿਕ ਪੱਛਮੀ ਵਿਚਾਰਧਾਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗਾ। ਮਾਡਰਨ ਵੈਸਟਰਨ ਜਿਹੜੀ ਅਪਰੋਚ ਹੈ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਇਹੀ ਕਾਰਨ ਹੈ ਕਿ ਬ੍ਰਹਮੋ ਸਮਾਜ ਦੇ ਨਾਲ ਜਿੰਨੇ ਵੀ ਮਹਾਨ ਵਿਅਕਤੀ ਜੁੜੇ, ਉਹਨਾਂ ਨੇ ਵੈਸਟਰਨ ਕਲਚਰ, ਵੈਸਟਰਨ ਐਜੂਕੇਸ਼ਨ ਤੇ ਵੈਸਟਰਨ ਰਿਲੀਜਨ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ। ਵੈਸਟਰਨ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਜੂਕੇਸ਼ਨ ਅੰਗਰੇਜ਼ੀ ਦੇ ਵਿੱਚ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ, ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਉਣ 'ਤੇ ਜ਼ੋਰ ਦਿੱਤਾ। ਵੈਸਟਰਨ ਰਿਲੀਜਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੀ ਪੱਛਮੀ ਧਰਮ, ਜਿਹਨੂੰ ਆਪਾਂ ਈਸਾਈ ਧਰਮ ਕਹਿੰਦੇ ਹਾਂ, ਉਹਦੇ ਪ੍ਰਚਾਰ ਦੇ ਵਿੱਚ ਵੀ ਖੁੱਲ੍ਹ ਕੇ ਯੋਗਦਾਨ ਪਾਇਆ। ਬ੍ਰਹਮੋ ਸਮਾਜ ਨੇ ਹਿੰਦੂ ਧਰਮ ਨੂੰ ਸੁਧਾਰਿਆ ਤੇ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕੀਤੀ। ਬ੍ਰਹਮੋ ਸਮਾਜ ਦਾ ਜਿਹੜਾ ਮੁੱਖ ਉਦੇਸ਼ ਸੀ ਉਹ ਸੀਗਾ ਇੱਕ ਈਸ਼ਵਰਵਾਦ। ਠੀਕ ਹੈ ਜੀ, ਵਨ ਗੋਡ ਦਾ ਉਪਦੇਸ਼ ਦੇਣਾ, ਵੀ ਪਰਮਾਤਮਾ ਇੱਕ ਹੈ, ਇਹਦਾ ਉਪਦੇਸ਼ ਦੇਣਾ, ਜਿਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਕਹਾਂਗੇ ਮੋਨੋਥੀਜ਼ਮ। ਠੀਕ ਹੈ ਜੀ, ਮੋਨੋਥਿਸਟ ਜਾਂ ਮੋਨੋਥੀਜ਼ਮ। ਅਤੇ ਹਿੰਦੂ ਧਰਮ ਨੂੰ ਕੱਟੜਤਾ ਤੋਂ ਮੁਕਤ ਕਰਨਾ ਇਹਨਾਂ ਦਾ ਇੱਕ ਹੋਰ ਉਦੇਸ਼ ਸੀ। ਧਾਰਮਿਕ ਖੇਤਰ ਦੇ ਵਿੱਚ ਇਸ ਸੰਸਥਾ ਨੇ ਅਵਤਾਰਵਾਦ, ਬਹੁ ਦੇਵਵਾਦ, ਮੂਰਤੀ ਪੂਜਾ, ਕਰਮਕਾਂਡਾਂ ਦਾ ਵਿਰੋਧ ਕੀਤਾ। ਠੀਕ ਹੈ ਜੀ, ਅਵਤਾਰਵਾਦ ਦਾ ਮਤਲਬ ਹੈ ਜਿਵੇਂ ਕਹਿ ਦਿੰਦੇ ਆ ਭਗਵਾਨ ਰਾਮ ਦਾ ਜਨਮ ਹੋਇਆ ਅਵਤਾਰ ਦੇ ਰੂਪ ਵਿੱਚ ਜਾਂ ਕ੍ਰਿਸ਼ਨ ਦਾ ਜਨਮ ਹੋਇਆ। ਬਹੁ ਦੇਵਵਾਦ ਦਾ ਮਤਲਬ ਵੱਖ-ਵੱਖ ਦੇਵਤੇ ਜਿਵੇਂ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਮੂਰਤੀ ਪੂਜਾ ਜਿਵੇਂ ਹਿੰਦੂ ਲੋਕ ਮੂਰਤੀਆਂ ਦੀ ਪੂਜਾ ਕਰਦੇ ਆ, ਕਰਮਕਾਂਡ ਜਗ ਕਰਦੇ ਆ, ਹਵਨ ਕਰਦੇ ਆ, ਬਲੀਆਂ ਦਿੰਦੇ ਆ। ਇਹਦਾ ਸਾਰੀਆਂ ਚੀਜ਼ਾਂ ਦਾ ਇਹਨਾਂ ਨੇ ਵਿਰੋਧ ਕੀਤਾ। ਬ੍ਰਹਮੋ ਸਮਾਜ ਨੇ ਮਨੁੱਖ ਨੂੰ ਧਾਰਮਿਕ ਗ੍ਰੰਥਾਂ ਦੇ ਨਾਲੋਂ ਵੱਧ ਮਹੱਤਤਾ ਦਿੱਤੀ। ਰਾਜਾ ਰਾਮ ਮੋਹਨ ਰਾਏ ਨੇ ਸਮਾਜ ਵਿੱਚ ਪ੍ਰਚਲਿਤ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਖੰਡਨ ਕੀਤਾ ਤੇ ਉਹਨਾਂ ਨੇ ਬ੍ਰਾਹਮਣ ਵਰਗ ਦੇ ਦੁਆਰਾ ਕੀਤੀ ਜਾਣ ਵਾਲੀ ਲੁੱਟ ਖਸੁੱਟ ਦਾ ਵੀ ਵਿਰੋਧ ਕੀਤਾ। ਉਹਨਾਂ ਨੇ ਭਾਰਤੀ ਲੋਕਾਂ ਨੂੰ ਫਜ਼ੂਲ ਦੇ ਰੀਤੀ ਰਿਵਾਜਾਂ ਤੇ ਬਾਹਰੀ ਦਿਖਾਵੇ ਛੱਡਣ ਦੇ ਲਈ ਵੀ ਕਿਹਾ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਹਾਂਜੀ, ਬ੍ਰਹਮੋ ਸਮਾਜ ਇੱਕ ਸਮਾਜਿਕ ਸੰਸਥਾ ਦੇ ਰੂਪ ਦੇ ਵਿੱਚ। ਬ੍ਰਹਮੋ ਸਮਾਜ ਨੇ ਸਤੀ ਪ੍ਰਥਾ, ਇਹ ਮੂਲ ਸੀਗਾ ਮੇਨ ਰੂਪ ਦੇ ਵਿੱਚ ਸਤੀ ਪ੍ਰਥਾ, ਬਹੁ ਵਿਆਹ, ਬਾਲ ਵਿਵਾਹ, ਵਰਨ ਪ੍ਰਥਾ ਜਿਹਨੂੰ ਜਾਤ ਪ੍ਰਥਾ ਕਹਿੰਦੇ ਆ, ਤੇ ਪਰਦਾ ਪ੍ਰਥਾ, ਔਰਤਾਂ ਨੂੰ ਇੱਕ ਘੁੰਗੜ ਦੇ ਵਿੱਚ ਰਹਿਣਾ ਪੈਂਦਾ ਸੀ, ਆਦਿ ਸਮਾਜਿਕ ਬੁਰਾਈਆਂ ਦਾ ਸਖਤੀ ਦੇ ਨਾਲ ਵਿਰੋਧ ਕੀਤਾ। ਰਾਜਾ ਰਾਮ ਮੋਹਨ ਰਾਏ ਨੇ ਸਤੀ ਪ੍ਰਥਾ ਦੇ ਘਿਨਾਉਣੇ ਕਾਰੇ ਵਿਰੁੱਧ ਲੰਬਾ ਜਿਹੜਾ ਅੰਦੋਲਨ ਹੈ ਉਹ ਚਲਾਇਆ। ਇਹਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੂੰ ਸਫਲਤਾ ਵੀ ਪ੍ਰਾਪਤ ਹੋਈ। ਇਸ ਦੇ ਨਾਲ ਨਾਲ ਬ੍ਰਹਮੋ ਸਮਾਜ ਨੇ ਇਸਤਰੀਆਂ ਦੀ ਸਿੱਖਿਆ, ਵਿਧਵਾ ਵਿਆਹ, ਅੰਤਰਜਾਤੀ ਵਿਆਹ ਵਰਗੇ ਅਗਾਂਹ-ਵਧੂ ਕਦਮਾਂ ਦਾ ਵੀ ਪੂਰਨ ਸਮਰਥਨ ਕੀਤਾ। ਠੀਕ ਹੈ ਜੀ, ਇਹਨਾਂ ਸਾਰੀਆਂ ਚੀਜ਼ਾਂ ਦਾ ਸਮਰਥਨ ਕੀਤਾ, ਪਰ ਜਿਹੜੀ ਸਫਲਤਾ ਜਿਹੜੀ ਬ੍ਰਹਮੋ ਸਮਾਜ ਨੂੰ ਪ੍ਰਾਪਤ ਹੋਈ ਸੀਗੀ ਉਹ ਮਾਤਰ ਇੱਕ ਸਤੀ ਪ੍ਰਥਾ ਦੇ ਵਿੱਚ ਪ੍ਰਾਪਤ ਹੋਈ ਸੀ। ਠੀਕ ਹੈ ਜੀ, ਹਾਂਜੀ, ਸਤੀ ਪ੍ਰਥਾ ਦਾ ਵਿਰੋਧ ਕੀਤਾ, ਬਾਲ ਵਿਵਾਹ ਦਾ ਵਿਰੋਧ ਕੀਤਾ, ਪਰਦਾ ਪ੍ਰਥਾ, ਜਾਤ ਪ੍ਰਥਾ, ਇਹਨਾਂ ਦਾ ਵਿਰੋਧ ਕੀਤਾ, ਪਰ ਇਹਨਾਂ ਬੁਰਾਈਆਂ ਦੇ ਵਿੱਚੋਂ ਸਿਰਫ ਸਤੀ ਪ੍ਰਥਾ ਨੂੰ ਹੀ ਉਹ ਖਤਮ ਕਰ ਸਕੇ। ਸਮਾਜ ਸੁਧਾਰ ਦੇ ਖੇਤਰ ਦੇ ਵਿੱਚ ਬ੍ਰਹਮੋ ਸਮਾਜ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਉਹ ਰਿਹਾ। ਠੀਕ ਹੈ ਜੀ, ਸਾਰੇ ਫੈਕਟ ਇੰਪੋਰਟੈਂਟ ਹੈ, ਇਸ ਵਿੱਚ ਧਿਆਨ 'ਚ ਰੱਖਣੇ ਜੀ। ਬ੍ਰਹਮੋ ਸਮਾਜ ਨੇ ਦੇਸ਼ ਵਿੱਚ ਸਿੱਖਿਆ ਦੇ ਪ੍ਰਚਾਰ ਦੇ ਲਈ ਸਕੂਲ ਤੇ ਕਾਲਜ ਜਿਹੜੇ ਉਹ ਸਥਾਪਿਤ ਕੀਤੇ। ਬ੍ਰਹਮੋ ਸਮਾਜ ਨੇ ਬੰਗਾਲ ਦੇ ਵਿੱਚ ਕਿਸਾਨਾਂ ਤੇ ਜ਼ਿਮੀਂਦਾਰਾਂ ਦੇ ਸ਼ੋਸ਼ਣ ਦਾ ਵੀ ਵਿਰੋਧ ਕੀਤਾ। ਹਾਂਜੀ, 1793 ਦੇ ਵਿੱਚ ਲਾਰਡ ਕਾਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ ਦੇ ਅਧੀਨ ਜਿਹੜੀ ਇੱਕ ਜ਼ਿਮੀਂਦਾਰ ਪ੍ਰਥਾ ਜਿਹੜੀ ਸ਼ੁਰੂ ਕੀਤੀ ਸੀਗੀ, ਜਿਹਦੇ ਵਿੱਚ ਜਿਹੜੇ ਜ਼ਿਮੀਂਦਾਰ ਆ ਉਹ ਕਿਸਾਨਾਂ 'ਤੇ ਅਤਿਆਚਾਰ ਕਰਦੇ ਸੀ, ਤੇ ਇਹਨਾਂ ਅਤਿਆਚਾਰਾਂ ਦਾ ਵੀ ਬ੍ਰਹਮੋ ਸਮਾਜ ਨੇ ਵਿਰੋਧ ਕੀਤਾ। ਭਾਰਤੀ ਵਸਤਾਂ ਤੇ ਭਾਰੀ ਨਿਰਯਾਤ ਡਿਊਟੀ ਹਟਾਉਣ ਦਾ ਵੀ ਬ੍ਰਹਮੋ ਸਮਾਜ ਨੇ ਸੁਝਾਅ ਦਿੱਤਾ। ਰਾਜਨੀਤਿਕ ਚੇਤਨਾ ਦੇ ਨਾਲ ਨਾਲ ਰਾਸ਼ਟਰੀ ਚੇਤਨਾ ਨੂੰ ਜਾਗਰਿਤ ਕਰਨਾ, ਇਹ ਵੀ ਬ੍ਰਹਮੋ ਸਮਾਜ ਦੇ ਸੁਧਾਰਾਂ ਦਾ ਇੱਕ ਟੀਚਾ ਸੀ, ਸਮਾਜਿਕ ਧਾਰਮਿਕ ਸੁਧਾਰਾਂ ਦਾ ਇੱਕ ਮੁੱਖ ਉਦੇਸ਼ ਸੀ। ਬ੍ਰਹਮੋ ਸਮਾਜ ਨੇ ਧਾਰਮਿਕ ਤੇ ਸਮਾਜਿਕ ਖੇਤਰਾਂ ਦੇ ਵਿੱਚ ਬਹੁਪੱਖੀ ਸੁਧਾਰਾਂ ਦੇ ਰਾਹੀਂ ਭਾਰਤੀ ਸਮਾਜ ਦੇ ਵਿੱਚ ਇੱਕ ਨਵੇਂ ਰਕਤ ਦਾ ਸੰਚਾਰ ਕਰਕੇ ਆਧੁਨਿਕ ਭਾਰਤ ਦੇ ਨਿਰਮਾਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਠੀਕ ਹੈ ਜੀ, ਸਾਰੇ ਜਿਹੜੇ ਪੁਆਇੰਟ ਹੈ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਦੀ ਮੇਨ ਪਰਪਸ ਆਫ ਬ੍ਰਹਮੋ ਸਮਾਜ ਫਾਰ ਵਿਚ ਇਟ ਵਾਜ਼ ਸੈਟ ਅਪ ਆਰ, ਦੱਸਣਾ ਹੈ ਵੀ ਉਹ ਕਿਹੜੇ ਮੁੱਖ ਉਦੇਸ਼ ਸੀ ਜਿਨ੍ਹਾਂ ਦੇ ਲਈ ਬ੍ਰਹਮੋ ਸਮਾਜ ਦਾ ਜਿਹੜਾ ਗਠਨ ਕੀਤਾ ਗਿਆ ਸੀ। ਹਾਂਜੀ, ਪਿਓਰੀਫਾਈ ਹਿੰਦੂਇਜ਼ਮ, ਹਿੰਦੂਵਾਦ ਹੈ ਜਿਹੜਾ ਉਸ ਨੂੰ ਸ਼ੁੱਧ ਕਰਨਾ। ਟੂ ਪ੍ਰੀਚ ਮੋਨੋਥਿਜ਼ਮ, ਮੋਨੋਥਿਜ਼ਮ ਦਾ ਜਿਹੜਾ ਸਿੱਖਿਆ ਦੇਣੀ, ਮੋਨੋ ਮੀਨਸ ਸਿੰਗਲ ਤੇ ਥਿਜ਼ਮ ਮੀਨਸ ਗੋਡ, ਸਿੰਗਲ ਗੋਡ ਦਾ ਜਿਹੜਾ ਹੈ ਉਹਦੀ ਸਿੱਖਿਆ ਦੇਣੀ, ਉਪਦੇਸ਼ ਦੇਣਾ। ਕ੍ਰਿਟੀਸਾਈਜ਼ ਸੋਸ਼ਲ ਈਵਲਸ, ਅਪੋਜ਼ ਆਈਡੋਲਟਰੀ ਐਂਡ ਐਮਫਾਸਾਈਜ਼ ਹਿਊਮਨ ਡਿਗਨਿਟੀ, ਹਾਂਜੀ, ਜਿਹੜੀਆਂ ਸਮਾਜਿਕ ਬੁਰਾਈਆਂ ਦੀ ਆਲੋਚਨਾ ਕਰਨਾ। ਮੂਰਤੀਵਾਦ ਦਾ ਵਿਰੋਧ ਕਰਨਾ। ਐਮਫਾਸਾਈਜ਼ ਹਿਊਮਨ ਡਿਗਨਿਟੀ ਦਾ ਮਤਲਬ ਹੈ ਮਨੁੱਖੀ ਜਿਹੜੀ ਸ਼ਾਨ ਹੈ ਉਹਦੇ 'ਤੇ ਜ਼ੋਰ ਦੇਣਾ।
हाँ जी, ਇਹ ਦੋਨੋਂ ਹੀ ਕਥਨ ਸਹੀ ਹੈ, ਕਿਉਂਕਿ ਬ੍ਰਹਮੋ ਸਮਾਜ ਦਾ ਜਿਹੜਾ ਜਨਮ ਹੋਇਆ ਸੀਗਾ ਉਹ ਹੋਇਆ ਸੀ ਇੱਕ ਈਸ਼ਵਰਵਾਦ ਦਾ ਉਪਦੇਸ਼ ਦੇਣ ਲਈ, ਹਿੰਦੂ ਧਰਮ ਦੀਆਂ ਬੁਰਾਈਆਂ ਨੂੰ ਖਤਮ ਕਰਕੇ ਉਹਨੂੰ ਸ਼ੁੱਧ ਕਰਨ ਲਈ, ਪਿਉਰੀਫਾਈ ਕਰਨ ਲਈ। ਸਮਾਜਿਕ ਬੁਰਾਈਆਂ ਜਿਹੜੀਆਂ ਉਸ ਸਮੇਂ ਸਮਾਜ 'ਚ ਪ੍ਰਚਲਿਤ ਸੀ, ਸਤੀ ਪ੍ਰਥਾ, ਪਰਦਾ ਪ੍ਰਥਾ, ਬਾਲ ਵਿਆਹ ਪ੍ਰਥਾ, ਇਹਨਾਂ ਸਾਰਿਆਂ ਦਾ ਆਲੋਚਨਾ ਕੀਤੀ। ਮੂਰਤੀ ਪੂਜਾ ਦਾ ਵਿਰੋਧ ਕੀਤਾ ਤੇ ਧਰਮ ਨਾਲੋਂ ਜ਼ਿਆਦਾ ਜਿਹੜੀ ਇਹਦੇ ਵਿੱਚ ਜ਼ੋਰ ਦਿੱਤਾ ਗਿਆ ਉਹ ਮਨੁੱਖ ਦੀ ਸ਼ਾਨ ਤੇ, ਠੀਕ ਹੈ, ਹਿਊਮਨ ਡਿਗਨਿਟੀ ਤੇ ਜ਼ੋਰ ਦਿੱਤਾ ਗਿਆ। ਇਹਦਾ ਰਾਈਟ ਆਂਸਰ ਬਣੇਗਾ ਬੋਥ ਏ ਐਂਡ ਬੀ ਆਰ ਕਰੈਕਟ, ਠੀਕ ਹੈ, ਇਹ ਧਿਆਨ 'ਚ ਰੱਖਣਾ ਹੈ। ਬ੍ਰਹਮੋ ਸਮਾਜ ਇਜ਼ ਬੇਸਡ ਔਨ ਦੀ ਪ੍ਰਿੰਸੀਪਲ ਆਫ, ਦੱਸਣਾ ਹੈ ਜਿਹੜਾ ਬ੍ਰਹਮੋ ਸਮਾਜ ਹੈ ਇਹਨਾਂ ਵਿੱਚੋਂ ਕਿਸ ਸਿਧਾਂਤ ਤੇ ਆਧਾਰਿਤ ਸੀ। ਹਾਂਜੀ, ਉਹ ਸੀਗਾ ਮੋਨੋਥਿਜ਼ਮ, ਠੀਕ ਹੈ ਜੀ, ਇੱਕ ਈਸ਼ਵਰਵਾਦ ਤੇ ਆਧਾਰਿਤ ਸੀ। ਪੋਲੀਥਿਜ਼ਮ ਦਾ ਮਤਲਬ ਹੁੰਦਾ ਬਹੁ ਈਸ਼ਵਰਵਾਦ, ਇਹਦੀ ਤਾਂ ਇਹ ਆਲੋਚਨਾ ਕਰਦਾ ਸੀ। ਹਾਂਜੀ, ਰਾਜਾ ਰਾਮ ਮੋਹਨ ਰਾਏ ਭਾਰਤ ਵਿੱਚ ਸੁਧਾਰਵਾਦੀ ਲਹਿਰ ਦਾ ਜਿਹੜਾ ਮੋਢੀ ਹੈ ਉਹ ਰਾਜਾ ਰਾਮ ਮੋਹਨ ਰਾਏ ਨੂੰ ਮੰਨਿਆ ਜਾਂਦਾ ਹੈ। ਇਸ ਦਾ ਜਨਮ ਹੈ ਜਿਹੜਾ 1774 ਦੇ ਵਿੱਚ ਬੰਗਾਲ, ਕਲਕੱਤਾ ਦੇ ਹੁਗਲੀ ਜ਼ਿਲ੍ਹੇ ਦੇ ਰਾਧਾ ਨਗਰ ਪਿੰਡ ਦੇ ਵਿੱਚ ਹੋਇਆ, ਠੀਕ ਹੈ, ਧਿਆਨ ਰੱਖਣਾ ਹੈ 1774 ਦੇ ਵਿੱਚ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਵਿੱਚ ਰਾਧਾ ਨਗਰ ਜਿਹੜਾ ਪਿੰਡ ਹੈ ਉਹਦੇ ਵਿੱਚ ਹੋਇਆ। ਪਿਤਾ ਰਾਮਾਕਾਂਤ ਰਾਏ, ਠੀਕ ਹੈ ਜੀ, ਬੰਗਾਲ ਦੇ ਨਵਾਬ ਦੇ ਅਧੀਨ ਨੌਕਰੀ ਕਰਦੇ ਸਨ। ਮੁੱਢਲੀ ਸਿੱਖਿਆ ਜਿਹੜੀ ਉਹ ਪਟਨਾ ਤੇ ਵਾਰਾਣਸੀ ਦੇ ਵਿੱਚ ਪ੍ਰਾਪਤ ਕੀਤੀ। ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਗਿਆਨ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚ ਅਰਬੀ, ਸੰਸਕ੍ਰਿਤ, ਅੰਗਰੇਜ਼ੀ, ਫ੍ਰੈਂਚ, ਲੈਟਿਨ ਤੇ ਹਿਬਰੂ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ। ਇਹਨਾਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹਨਾਂ ਨੇ ਗਿਆਨ ਪ੍ਰਾਪਤ ਕੀਤਾ। ਮੂਰਤੀ ਪੂਜਾ ਦੇ ਸਵਾਲ ਤੇ ਆਪਣੇ ਪਿਤਾ ਦੇ ਨਾਲ ਮਤਭੇਦ ਪੈਦਾ ਹੋ ਗਏ, ਕਿਉਂਕਿ ਉਹਨਾਂ ਦੇ ਪਿਤਾ ਪਿਓਰ ਹਿੰਦੂ ਸੀ ਤੇ ਮੂਰਤੀ ਦੀ ਪੂਜਾ ਕਰਦੇ ਸੀ। ਤਾਂ ਜਦੋਂ ਮਤਭੇਦ ਪੈਦਾ ਹੋ ਗਿਆ ਤਾਂ ਰਾਜਾ ਰਾਮ ਮੋਹਨ ਰਾਏ ਘਰ ਛੱਡ ਕੇ ਚਲੇ ਗਏ ਤੇ ਈਸਟ ਇੰਡੀਆ ਕੰਪਨੀ ਦੇ ਵਿੱਚ ਉਹਨਾਂ ਨੇ ਨੌਕਰੀ ਕਰ ਲਈ, ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। 1809 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੀ ਫਾਰਸੀ ਭਾਸ਼ਾ ਦੀ ਜਿਹੜੀ ਕਿਤਾਬ ਹੈ ਤੋਹਫਾਤ ਉਲ ਮੁਆਹਿਦੀਨ, ਠੀਕ ਹੈ, ਤੋਹਾਫ ਦਾ ਮਤਲਬ ਹੁੰਦਾ ਹੈ ਤੋਹਫਾ, ਠੀਕ ਹੈ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਾਂਗੇ ਆ ਗਿਫਟ ਟੂ ਮੋਨੋਥਿਸਟ, ਠੀਕ ਹੈ, ਇੱਕ ਈਸ਼ਵਰਵਾਦ ਦਾ ਉਪਹਾਰ। ਇਹ ਤਿੰਨੇ ਭਾਸ਼ਾਵਾਂ ਦੇ ਵਿੱਚ ਕਿਤਾਬ ਪੁੱਛੀ ਜਾਂਦੀ ਹੈ, ਜ਼ਿਆਦਾ ਅੰਗਰੇਜ਼ੀ ਦੇ ਵਿੱਚ ਹੀ ਪੁੱਛੀ ਜਾਂਦੀ ਹੈ। ਆ ਗਿਫਟ ਟੂ ਮੋਨੋਥਿਸਟ, ਠੀਕ ਹੈ, ਪੁੱਛਿਆ ਜਾਂਦਾ ਹੈ ਕਿਤਾਬ ਹੈ ਇਹ ਕਿਸ ਦੀ ਲਿਖੀ ਹੋਈ ਹੈ ਜਾਂ ਕਿਸ ਭਾਸ਼ਾ ਵਿੱਚ ਲਿਖੀ ਹੋਈ ਹੈ। ਧਿਆਨ ਰੱਖਣਾ ਹੈ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ, ਰਾਜਾ ਰਾਮ ਮੋਹਨ ਰਾਏ ਨੇ ਲਿਖੀ ਸੀ, 1809 ਦੇ ਵਿੱਚ ਲਿਖੀ ਸੀ। ਜਾਂ ਫਿਰ ਇਹ ਪੁੱਛਿਆ ਜਾਂਦਾ ਵੀ ਕਿਤਾਬ ਹੈ ਕਿਸ ਉਦੇਸ਼ ਦੇ ਨਾਲ ਲਿਖੀ ਗਈ ਸੀ। ਇਹਦੇ ਵਿੱਚ ਮੂਰਤੀ ਪੂਜਾ ਦਾ ਜਿਹੜਾ ਵਿਰੋਧ ਕੀਤਾ ਗਿਆ ਸੀ ਤੇ ਇੱਕ ਈਸ਼ਵਰਵਾਦ ਨੂੰ ਸਾਰੇ ਧਰਮਾਂ ਦੀ ਜਿਹੜੀ ਜੜ ਦੱਸਿਆ ਗਿਆ ਸੀ, ਠੀਕ ਹੈ, ਦੋ ਹੀ ਉਦੇਸ਼ ਸੀ, ਇੱਕ ਮੂਰਤੀ ਪੂਜਾ ਦਾ ਵਿਰੋਧ ਕਰਨਾ ਤੇ ਇੱਕ ਵਨ ਗੋਡ, ਠੀਕ ਹੈ ਜੀ, ਉਹਦਾ ਉਪਦੇਸ਼ ਦੇਣਾ। 1814-15 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਕੰਪਨੀ ਤੋਂ ਅਸਤੀਫਾ ਦੇ ਕੇ ਆਤਮੀय ਸਭਾ ਦਾ ਜਿਹੜਾ ਗਠਨ ਕੀਤਾ, ਠੀਕ ਹੈ ਵੀ ਬਹੁਤ ਵਾਰੀ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਆਤਮੀय ਸਭਾ ਦਾ ਗਠਨ ਹੈ ਉਹ ਕਿਸਨੇ ਕੀਤਾ ਸੀਗਾ, ਰਾਜਾ ਰਾਮ ਮੋਹਨ ਰਾਏ ਨੇ 1814 ਤੇ 15 ਦੇ ਵਿੱਚ। 1816 ਦੇ ਵਿੱਚ ਵਿਦਾਂਤ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਇਹ ਵੀ ਬਹੁਤ ਇੰਪੋਰਟੈਂਟ ਫੈਕਟ ਹੈ, ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਆ। ਆਤਮੀय ਸਭਾ ਵੀ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ, ਵਿਦਾਂਤ ਸੁਸਾਇਟੀ ਬਾਰੇ ਵੀ ਪੁੱਛਿਆ ਗਿਆ ਐਗਜ਼ਾਮ ਦੇ ਵਿੱਚ, ਠੀਕ ਹੈ ਜੀ। ਸਭ ਤੋਂ ਜ਼ਿਆਦਾ ਇੱਕ ਕਿਤਾਬ ਬਾਰੇ ਪੁੱਛਿਆ ਗਿਆ, ਧਿਆਨ 'ਚ ਰੱਖਣਾ ਹੈ ਆ ਗਿਫਟ ਟੂ ਮੋਨੋਥਿਸਟ, ਠੀਕ ਹੈ ਜੀ, ਤੋਹਫਾਤ ਉਲ ਮੁਆਹਿਦੀਨ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਹਾਂਜੀ, ਰਾਜਾ ਰਾਮ ਮੋਹਨ ਰਾਏ ਨੇ 1817 ਦੇ ਵਿੱਚ ਕਲਕੱਤਾ ਦੇ ਵਿੱਚ ਹਿੰਦੂ ਕਾਲਜ, ਵੈਰੀ ਇੰਪੋਰਟੈਂਟ ਹੈ, ਧਿਆਨ ਰੱਖਣਾ ਹੈ, ਦੀ ਸਥਾਪਨਾ ਕੀਤੀ। ਤੇ 1825 ਦੇ ਵਿੱਚ ਇੱਕ ਡੱਚ ਵਾਚਮੇਕਰ ਸੀ, ਡੱਚ ਘੜੀ ਸਾਜ਼ ਕਹਾਂਗੇ ਜਿਹਨੂੰ, ਡੇਵਿਡ ਹੇਅਰ, ਉਹਦੀ ਮਦਦ ਦੇ ਨਾਲ ਵਿਦਾਂਤ ਕਾਲਜ ਦੀ ਸਥਾਪਨਾ 1825 ਵਿੱਚ ਕੀਤੀ ਸੀ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ। 1820 ਦੇ ਵਿੱਚ ਉਹਨਾਂ ਦੀ ਇੱਕ ਕਿਤਾਬ ਸੀਗੀ ਪ੍ਰਸੈਪਟਸ ਆਫ ਜੀਸਸ, ਠੀਕ ਹੈ ਜੀ, ਪਹਿਲੀ ਸ਼ੋਰਟ ਫਾਰਮ ਦੇ ਵਿੱਚ ਵੀ ਪੁੱਛਿਆ ਜਾਂਦਾ ਹੈ ਦਾ ਪ੍ਰਸੈਪਟਸ ਆਫ ਜੀਸਸ। ਇਹ ਕਿਤਾਬ ਕਿਸ ਦੀ ਹੈ, ਰਾਜਾ ਰਾਮ ਮੋਹਨ ਰਾਏ ਦੀ ਹੈ, 1820 ਦੇ ਵਿੱਚ ਇਸ ਦੀ ਰਚਨਾ ਕੀਤੀ ਸੀ। ਜਾਂ ਪੂਰੀ ਕਿਤਾਬ ਵੀ ਪੁੱਛਿਆ ਜਾਂਦਾ ਹੈ ਦਾ ਗਾਈਡ ਟੂ ਪੀਸ ਐਂਡ ਹੈਪੀਨੈਸ, ਠੀਕ ਹੈ ਜੀ, ਇਹ ਪ੍ਰਕਾਸ਼ਿਤ ਹੋਈ ਸੀ 1820 ਦੇ ਵਿੱਚ। ਤੇ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਈਸਾਈ ਧਰਮ, ਠੀਕ ਹੈ ਜੀ, ਦੀ ਸਵੈ ਚਾਲਤਾ ਤੇ ਨੈਤਿਕਤਾ ਵਿੱਚ ਆਪਣਾ ਪੱਕਾ ਵਿਸ਼ਵਾਸ ਹੈ ਜਿਹੜਾ ਪ੍ਰਗਟ ਕੀਤਾ ਸੀ। ਆਪਾਂ ਸਟਾਰਟਿੰਗ ਤੋਂ ਪੜ੍ਹ ਕੇ ਗਏ ਸੀ ਵੀ ਜਿਹੜਾ ਰਾਜਾ ਰਾਮ ਮੋਹਨ ਰਾਏ ਹੈ ਜਾਂ ਹੋਰ ਜਿੰਨੇ ਵੀ ਮਹਾਨ ਜਿਹੜੇ ਵਿਦਵਾਨ ਹੋਏ ਹੈ ਜਿਹੜੇ ਬ੍ਰਹਮੋ ਸਮਾਜ ਨਾਲ ਸੰਬੰਧਿਤ ਸਨ, ਉਹਨਾਂ ਸਭ ਤੇ ਜਿਹੜਾ ਵੈਸਟਰਨ ਕਲਚਰ ਹੈ, ਵੈਸਟਰਨ ਐਜੂਕੇਸ਼ਨ ਹੈ, ਉਹਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਹਾਂਜੀ, 1821 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਦੇ ਨਾਲ, ਠੀਕ ਹੈ ਜੀ, ਸੰਵਾਦ ਕੌਮ ਦੀ, ਠੀਕ ਹੈ, ਜਾਂ ਜਿਹਨੂੰ ਪ੍ਰਯਾਗਚਾਦ ਵੀ ਕਿਹਾ ਜਾਂਦਾ ਹੈ, ਉਹ ਪ੍ਰਕਾਸ਼ਿਤ ਕੀਤਾ। ਇਹ ਬੰਗਲਾ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ, ਸਪਤਾਹਿਕ ਸਮਾਚਾਰ ਪੱਤਰ ਸੀ, ਹਫ਼ਤੇ 'ਚ ਇੱਕ ਵਾਰ ਛਪਦਾ ਸੀ, ਸੰਵਾਦ ਕੌਮ ਦੀ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਹੈ, ਇੰਪੋਰਟੈਂਟ ਹੈ। ਤੇ ਪਹਿਲਾ ਭਾਰਤੀ ਨੂੰ ਆਪਾਂ ਸਮਾਚਾਰ ਪੱਤਰ ਵੀ ਕਹਿ ਸਕਦੇ ਹਾਂ, ਠੀਕ ਹੈ, ਕਿਸੇ ਭਾਰਤੀ ਦੁਆਰਾ ਛਾਪਿਆ ਗਿਆ ਸੀ। ਸੰਵਾਦ ਕੌਮ ਦੀ ਭਾਰਤੀਆਂ ਦੁਆਰਾ ਸੰਪਾਦਿਤ ਪਹਿਲਾ ਭਾਰਤੀ ਅਖਬਾਰ ਸੀ, ਵੈਰੀ ਇੰਪੋਰਟੈਂਟ ਹੈ, ਐਗਜ਼ਾਮ 'ਚ ਪੁੱਛਿਆ ਜਾਂਦਾ ਹੈ। ਸੰਵਾਦ ਕੌਮ ਦੀ ਹੈ ਜਿਹੜਾ, ਜਿਹਦੀ ਪ੍ਰਕਾਸ਼ਨ 1821 ਦੇ ਵਿੱਚ ਹੋਇਆ ਸੀਗਾ ਤੇ ਬੰਗਲਾ ਭਾਸ਼ਾ ਦੇ ਵਿੱਚ ਸਪਤਾਹਿਕ ਅਖਬਾਰ ਹੈ। ਤੇ ਇਹਦੀ ਜਿਹੜੇ ਪ੍ਰਕਾਸ਼ਨ ਕਿਸ ਨੇ ਸ਼ੁਰੂ ਕਰਵਾਇਆ ਸੀ ਤਾਂ ਆਨਸਰ ਬਣੇਗਾ ਰਾਜਾ ਰਾਮ ਮੋਹਨ ਰਾਏ ਨੇ। ਹਾਂਜੀ, ਇੱਕ ਸਾਲ ਬਾਅਦ, ਠੀਕ ਹੈ ਜੀ, 1822 ਦੇ ਵਿੱਚ ਫਾਰਸੀ ਭਾਸ਼ਾ ਦੇ ਵਿੱਚ ਇੱਕ ਹੋਰ ਹਫ਼ਤਾਵਾਰੀ ਅਖਬਾਰ ਹੈ, ਉਹਦਾ ਪ੍ਰਕਾਸ਼ਨ ਸ਼ੁਰੂ ਹੋਇਆ। ਇਹ ਸੀ ਮਿਰਤ ਉਲ ਅਖਬਾਰ, ਠੀਕ ਹੈ ਜੀ, ਮਿਰਤ ਉਲ ਅਖਬਾਰ ਸੀਗਾ ਇਹ, ਇਹਨੂੰ ਬੁੱਧੀ ਦਰਪਣ ਵੀ ਕਿਹਾ ਜਾਂਦਾ ਹੈ। ਇਹ ਛਪਣਾ ਸ਼ੁਰੂ ਹੋਇਆ ਸੀਗਾ 1822 ਦੇ ਵਿੱਚ ਫਾਰਸੀ ਭਾਸ਼ਾ ਦੇ ਵਿੱਚ। ਧਿਆਨ ਰੱਖਣਾ ਹੈ ਸੰਵਾਦ ਕੌਮ ਦੀ ਹੈ ਜਿਹੜਾ, ਇਹ ਵੀ ਹਫ਼ਤਾਵਾਰੀ ਸੀ ਬੰਗਲਾ ਭਾਸ਼ਾ ਦੇ ਵਿੱਚ 1821 ਦੇ ਵਿੱਚ, ਤੇ 1822 ਦੇ ਵਿੱਚ ਮਿਰਤ ਉਲ ਅਖਬਾਰ ਫਾਰਸੀ ਭਾਸ਼ਾ ਦੇ ਵਿੱਚ। ਹਿੰਦੂ ਸਮਾਜ ਦੇ ਵਿੱਚ ਪ੍ਰਚਲਿਤ ਬੁਰਾਈਆਂ ਨੂੰ ਦੂਰ ਕਰਨ ਦੇ ਉਦੇਸ਼ ਦੇ ਨਾਲ ਰਾਜਾ ਰਾਮ ਮੋਹਨ ਰਾਏ ਨੇ 20 ਅਗਸਤ 1828 ਵਿੱਚ ਬ੍ਰਹਮੋ ਸਮਾਜ ਦੀ ਕਲਕੱਤਾ ਦੇ ਵਿੱਚ ਨੀਂਹ ਰੱਖੀ। ਬਹੁਤ ਇੰਪੋਰਟੈਂਟ ਫੈਕਟ ਹੈ, ਬਹੁਤ ਸਾਰੇ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ। ਬ੍ਰਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਜਾਂ ਕਦੋਂ ਕੀਤੀ, ਠੀਕ ਹੈ ਜੀ, ਧਿਆਨ ਰੱਖਣਾ ਹੈ 20 ਅਗਸਤ 1828 ਵਿੱਚ।
ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ 1829 ਦੇ ਵਿੱਚ ਸਤੀ ਪ੍ਰਥਾ ਨੂੰ ਲਾਰਡ ਵਿਲੀਅਮ ਬੈਂਟਿੰਗ ਨੇ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ। ਹਾਂਜੀ, ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖਣਾ ਹੈ ਵੀ ਸਤੀ ਪ੍ਰਥਾ ਨੂੰ ਕਿਸ ਦੇ ਯਤਨਾਂ ਦੇ ਸਦਕਾ ਗੈਰ ਕਾਨੂੰਨੀ ਘੋਸ਼ਿਤ ਕੀਤਾ ਸੀ। ਉਹ ਸੀ ਰਾਜਾ ਰਾਮ ਮੋਹਨ ਰਾਏ ਨੇ ਦੇ ਯਤਨਾਂ ਸਦਕਾ। ਕਦੋਂ? 1829 ਦੇ ਵਿੱਚ। ਤੇ ਕਿਹਨੇ ਘੋਸ਼ਿਤ ਕੀਤਾ ਸੀ ਗੈਰ ਕਾਨੂੰਨੀ? ਲਾਰਡ ਵਿਲੀਅਮ ਬੈਂਟਿੰਗ ਨੇ। ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਸਤੀ ਪ੍ਰਥਾ ਤੋਂ ਇਲਾਵਾ ਰਾਜਾ ਰਾਮ ਮੋਹਨ ਰਾਏ ਨੇ ਵਿਧਵਾ ਪੁਨਰ ਵਿਵਾਹ ਦਾ ਸਮਰਥਨ ਕੀਤਾ ਸੀ, ਬਾਲ ਵਿਵਾਹ, ਠੀਕ ਹੈ ਜੀ, ਇਹਦਾ ਵਿਰੋਧ ਕੀਤਾ ਸੀ, ਪਰਦਾ ਪ੍ਰਥਾ ਦਾ ਵਿਰੋਧ ਕੀਤਾ ਸੀ। ਇਹ ਗੱਲਾਂ ਵੀ ਤੁਸੀਂ ਧਿਆਨ 'ਚ ਰੱਖਣੀਆਂ ਜੀ, ਠੀਕ ਹੈ ਜੀ। ਸਮਕਾਲੀ ਮੁਗਲ ਬਾਦਸ਼ਾਹ ਉਸ ਸਮੇਂ ਦਾ ਅਕਬਰ ਦੂਜਾ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਇੰਪੋਰਟੈਂਟ ਹੈ, ਨੂੰ ਨੇ 1830 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦੀ ਉਪਾਧੀ ਦਿੱਤੀ ਸੀ, ਠੀਕ ਹੈ ਜੀ। ਆਪਾਂ ਮੋਹਨ ਰਾਏ ਦੇ ਨਾਮ ਨਾਲ ਲਗਾਉਂਦੇ ਹਾਂ ਰਾਜਾ, ਉਹ ਰਾਜਾ ਜਿਹੜਾ ਸ਼ਬਦ ਹੈ ਅਕਬਰ ਦੂਜੇ ਨੇ ਉਪਾਧੀ ਦੇ ਰੂਪ ਵਿੱਚ ਦਿੱਤਾ ਸੀ। ਮੁਗਲ ਬਾਦਸ਼ਾਹ ਅਕਬਰ ਦੂਜੇ ਨੇ ਰਾਜਾ ਰਾਮ ਮੋਹਨ ਰਾਏ ਨੂੰ ਆਪਣਾ ਦੂਤ ਦੇ ਤੌਰ ਤੇ ਲੰਡਨ ਬ੍ਰਿਟਿਸ਼ ਸਮਰਾਟ ਵਿਲੀਅਮ 4 ਦੇ ਦਰਬਾਰ ਦੇ ਵਿੱਚ ਭੇਜਿਆ ਸੀ, ਆਪਣੀ ਪੈਨਸ਼ਨ ਦੇ ਅਯੋਗਤਾ ਦੇ ਸੰਦਰਭ ਦੇ ਵਿੱਚ ਪੈਰਵਾਈ ਕਰਨ ਦੇ ਲਈ, ਠੀਕ ਹੈ। ਧਿਆਨ ਰੱਖਣਾ ਹੈ, ਸਵਾਲ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਵੀ ਰਾਜਾ ਰਾਮ ਮੋਹਨ ਰਾਏ ਜਿਹੜੇ ਉਹ ਲੰਡਨ ਕਿਉਂ ਗਏ ਸਨ, ਤਾਂ ਇਹਦੇ ਆਨਸਰ ਬਣੇਗਾ ਮੁਗਲ ਬਾਦਸ਼ਾਹ ਅਕਬਰ ਦੀ ਪੈਨਸ਼ਨ ਦੀ ਪੈਰਵਾਈ ਕਰਨ ਲਈ, ਠੀਕ ਹੈ ਜੀ। 27 ਸਤੰਬਰ 1833 ਨੂੰ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦਾ ਜਿਹੜਾ ਹੈ ਦੇਹਾਂਤ ਹੋ ਜਾਂਦਾ ਹੈ। ਰਾਜਾ ਰਾਮ ਮੋਹਨ ਰਾਏ ਨੂੰ ਭਾਰਤੀ ਪੁਨਰ ਜਾਗਰਣ ਦਾ ਪਿਤਾਮਾ, ਭਾਰਤੀ ਰਾਸ਼ਟਰਵਾਦ ਦਾ ਪਿਤਾਮਾ ਜਾਂ ਪੈਗੰਬਰ, ਆਧੁਨਿਕ ਭਾਰਤ ਦਾ ਪਿਤਾ, ਅਤੀਤ ਅਤੇ ਭਵਿੱਖ ਦੇ ਵਿਚਕਾਰ ਪੁੱਲ ਜਾਂ ਬ੍ਰਿਜ ਬਿਟਵੀਨ ਦੀ ਪਾਸਟ ਐਂਡ ਫਿਊਚਰ, ਤੇ ਜੁਗਦੂਤ ਆਦਿ ਕਿਹਾ ਜਾਂਦਾ ਹੈ, ਠੀਕ ਹੈ ਜੀ। ਇਹ ਜੁਗਦੂਤ ਹੈ ਜਿਹੜਾ ਸੁਭਾਸ਼ ਚੰਦਰ ਬੋਸ ਨੇ ਇਹਨਾਂ ਨੂੰ ਕਿਹਾ ਸੀ, ਇਹ ਵੀ ਧਿਆਨ 'ਚ ਰੱਖਣਾ ਜੀ। ਹਾਂਜੀ, ਸੁਭਾਸ਼ ਚੰਦਰ ਬੋਸ ਨੇ ਰਾਜਾ ਰਾਮ ਮੋਹਨ ਰਾਏ ਨੂੰ ਜੁਗਦੂਤ ਕਹਿ ਕੇ ਸੰਬੋਧਿਤ ਕੀਤਾ ਸੀ। ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਬ੍ਰਹਮੋ ਸਮਾਜ ਦੀਆਂ ਜਿਹੜੀਆਂ ਸਰਗਰਮੀਆਂ ਹੈ ਉਹਨਾਂ ਵਿੱਚ ਸੁਸਤੀ ਨਜ਼ਰ ਆਈ। ਉਹਦਾ ਮੁੱਖ ਕਾਰਨ ਸੀ ਯੋਗ ਅਗਵਾਈ ਦੀ ਘਾਟ। ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਉਹਨਾਂ ਦੇ ਜਿਹੜੇ ਚੇਲੇ ਸੀ ਮਹਾਰਿਸ਼ੀ ਦਵਾਰਕਾਨਾਥ ਟੈਗੋਰ ਅਤੇ ਪੰਡਿਤ ਰਾਮ ਚੰਦਰ ਵਿਦਿਆ ਵਾਗੀਸ਼ ਨੇ ਅਗਲੇ 10 ਸਾਲ ਤੱਕ, ਯਾਨੀ ਕਿ 1843 ਤੱਕ, 33 ਤੋਂ 43 ਤੱਕ ਬ੍ਰਹਮੋ ਸਮਾਜ ਦੀ ਜਿਹੜੀ ਵਾਂਗਡੋਰ ਆ ਉਹ ਸੰਭਾਲੀ, ਠੀਕ ਹੈ ਜੀ। ਧਿਆਨ ਰੱਖਣਾ ਹੈ, ਮਹਾਰਿਸ਼ੀ ਦਵਾਰਕਾਨਾਥ ਟੈਗੋਰ ਜਿਹੜੇ ਕਿ ਦਵਿੰਦਰ ਨਾਥ ਟੈਗੋਰ ਦੇ ਪਿਤਾ ਜੀ ਤੇ ਰਮਿੰਦਰ ਨਾਥ ਟੈਗੋਰ ਦੇ ਦਾਦਾ ਜੀ ਸਨ, ਠੀਕ ਹੈ ਜੀ, ਤੇ ਨਾਲ ਸਨ ਉਹਨਾਂ ਦੇ ਪੰਡਿਤ ਰਾਮ ਚੰਦਰ ਵਿਦਿਆ ਵਾਗੀਸ਼। ਹਾਂਜੀ, ਦਵਾਰਕਾਨਾਥ ਦੀ ਤੋਂ ਬਾਅਦ ਉਹਨਾਂ ਦੇ ਵੱਡੇ ਪੁੱਤਰ ਦਵਿੰਦਰ ਨਾਥ ਟੈਗੋਰ ਜੋ ਰਮਿੰਦਰ ਨਾਥ ਟੈਗੋਰ ਦੇ ਪਿਤਾ ਜੀ ਸਨ ਨੇ ਬ੍ਰਹਮੋ ਸਮਾਜ ਦੇ ਜਿਹੜੇ ਉਹ ਇੱਕ ਆਗੂ ਬਣੇ। ਇਹ ਹਰਮਨ ਪਿਆਰੇ ਇੱਕ ਆਗੂ ਸੀਗੇ, ਠੀਕ ਹੈ ਜੀ। ਸਾਰੇ ਫੈਕਟ ਇੰਪੋਰਟੈਂਟ ਹੈ ਜੀ, ਤੁਸੀਂ ਧਿਆਨ 'ਚ ਰੱਖਣੇ ਜੀ। ਦੀ ਫਾਊਂਡਰ ਆਫ ਬ੍ਰਹਮੋ ਸਮਾਜ, ਬ੍ਰਹਮੋ ਸਮਾਜ ਦਾ ਜਿਹੜਾ ਫਾਊਂਡਰ ਹੈ, ਜਨਮਦਾਤਾ ਹੈ ਜਾਂ ਸੰਸਥਾਪਕ ਹੈ, ਉਹ ਕੌਣ ਹੈ? ਉਹ ਹੈ ਜੀ ਰਾਜਾ ਰਾਮ ਮੋਹਨ ਰਾਏ। ਹਾਂਜੀ, ਇਹਦੀ ਸਥਾਪਨਾ ਹੋਈ ਸੀ 28 ਅਗਸਤ, ਠੀਕ ਹੈ ਜੀ, 1828 ਦੇ ਵਿੱਚ, 20 ਅਗਸਤ 1828 ਦੇ ਵਿੱਚ, ਠੀਕ ਹੈ, ਧਿਆਨ 'ਚ ਰੱਖ ਲੈਣਾ ਜੀ। ਹੂ ਐਸਟੈਬਲਿਸ਼ ਆਤਮੀਆ ਸਭਾ, ਆ ਪ੍ਰੋਕਿਊਜ਼ਰ ਇਨ ਦੀ ਸੋਸ਼ਲ ਰਿਲੀਜੀਅਸ ਰਿਫਾਰਮਸ ਇਨ ਬੰਗਾਲ। ਆਤਮੀਆ ਸਭਾ ਜਿਹੜਾ ਇਹਦੀ ਐਸਟੈਬਲਿਸ਼ਮੈਂਟ ਹੈ, ਇਹਦੀ ਸਥਾਪਨਾ ਹੈ, ਉਹ ਬੰਗਾਲ ਦੇ ਵਿੱਚ ਕਿਸ ਨੇ ਕੀਤੀ ਸੀ? ਉਹ ਕੀਤੀ ਸੀ ਰਾਜਾ ਰਾਮ ਮੋਹਨ ਰਾਏ ਨੇ, ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਇਹਦੀ ਸਥਾਪਨਾ ਜਿਹੜੀ ਕੀਤੀ ਸੀ ਉਹ ਕੀਤੀ ਸੀ 1815-16 ਦੇ ਵਿੱਚ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਹੂ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕਰੈਕਟ ਇਸ਼ੂ ਰਿਲੇਟਡ ਟੂ ਦੀ ਰਾਜਾ ਰਾਮ ਮੋਹਨ ਰਾਏ। ਇਹਨਾਂ 'ਚ ਦੱਸਣਾ ਹੈ ਵੀ ਰਾਜਾ ਰਾਮ ਮੋਹਨ ਰਾਏ ਦੇ ਨਾਲ ਕਿਹੜਾ ਜਿਹੜਾ ਇਸ਼ੂ ਹੈ ਉਹ ਬਿਲਕੁਲ ਸਹੀ ਹੈ। ਹਾਂਜੀ, ਐਬੋਲਿਸ਼ਨਸ ਆਫ ਸਤੀ, ਸਤੀ ਦਾ ਖਾਤਮਾ ਬਿਲਕੁਲ ਸਹੀ ਹੈ। ਐਬੋਲਿਸ਼ਨ ਆਫ ਚਾਈਲਡ ਮੈਰਿਜ, ਹਾਂਜੀ, ਚਾਈਲਡ ਮੈਰਿਜ ਦਾ ਜਿਹੜਾ ਖਾਤਮਾ ਉਹ ਨਹੀਂ ਕਰਵਾ ਪਾਏ ਸੀ, ਠੀਕ ਹੈ, ਵਿਰੋਧ ਜ਼ਰੂਰ ਕੀਤਾ ਸੀਗਾ। ਵਿਡੋ ਰੀ ਮੈਰਿਜ ਵੀ ਨਹੀਂ ਖਤਮ ਕਰਵਾ ਪਾਈ ਸੀ। ਜਿਹੜੀ ਵਿਡੋ ਰੀ ਮੈਰਿਜ ਹੈ ਇਹ 1856 ਦੇ ਵਿੱਚ ਇਹਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਸੀਗਾ ਲਾਰਡ ਡਲਹੌਜੀ ਨੇ, ਠੀਕ ਹੈ ਜੀ। ਲਾਰਡ ਡਲਹੌਜੀ ਨੇ ਅਸਲ ਦੇ ਵਿੱਚ ਇਹ ਐਕਟ ਬਣਾਇਆ ਸੀ ਤੇ ਲਾਰਡ ਕੈਨਿੰਗ ਨੇ ਇਸ ਨੂੰ ਪਾਸ ਕੀਤਾ ਸੀ। ਇਸ ਕਰਕੇ ਆਪਾਂ ਵਿਡੋ ਰੀ ਮੈਰਿਜ ਨੂੰ ਖਤਮ ਕਰਨ ਦਾ ਜਿਹੜਾ ਕ੍ਰੈਡਿਟ ਹੈ ਲਾਰਡ ਕੈਨਿੰਗ ਨੂੰ ਦੇਵਾਂਗੇ, ਪਰ ਇਸ ਨੂੰ ਜਿਹੜਾ ਪ੍ਰੇਰਿਤ ਕੀਤਾ ਸੀ ਉਹ ਸੀ ਈਸ਼ਵਰ ਚੰਦਰ ਵਿਦਿਆਸਾਗਰ, ਠੀਕ ਹੈ, ਧਿਆਨ ਰੱਖਣਾ। ਈਸ਼ਵਰ ਚੰਦਰ ਵਿਦਿਆਸਾਗਰ ਦੀਆਂ ਕੋਸ਼ਿਸ਼ਾਂ ਦੇ ਨਾਲ ਵਿਡੋ ਰੀ ਮੈਰਿਜ 1856 ਦੇ ਵਿੱਚ ਖਤਮ ਹੋਇਆ ਸੀ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਜਿਹੜਾ ਬਾਲ ਵਿਵਾਹ ਹੈ ਉਹਦਾ ਖਾਤਮਾ ਹੋਇਆ ਸੀ, ਠੀਕ ਹੈ ਜੀ। ਈਸ਼ਵਰ ਚੰਦਰ ਵਿਦਿਆਸਾਗਰ ਦੀਆਂ ਦੋਨੋਂ ਇਹ ਪ੍ਰਾਪਤੀਆਂ ਧਿਆਨ 'ਚ ਰੱਖਣੀਆਂ। ਫਿਰ ਇਹਦਾ ਰਾਈਟ ਆਨਸਰ ਬਣ ਜਾਏਗਾ ਓਨਲੀ 1। ਹੂ ਵਾਜ਼ ਰਿਗਾਰਡਡ ਐਜ਼ ਮੇਕਰ ਆਫ ਮਾਡਰਨ ਇੰਡੀਆ, ਠੀਕ ਹੈ ਜੀ। ਆਧੁਨਿਕ ਭਾਰਤ ਦਾ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਹੈ? ਉਹ ਕਿਹਾ ਜਾਂਦਾ ਜੀ ਰਾਜਾ ਰਾਮ ਮੋਹਨ ਰਾਏ ਨੂੰ। ਵਟ ਡਿਡ ਰਾਜਾ ਰਾਮ ਮੋਹਨ ਰਾਏ ਐਕਟਿਵਲੀ ਸੀਕ ਰਿਫਾਰਮਸ ਇਨ, ਦੱਸਣਾ ਹੈ ਵੀ ਕਿਰਿਆਸ਼ੀਲ ਕਿਹੜਾ ਸੁਧਾਰ ਆ ਉਹ ਚਾਹੁੰਦੇ ਸਨ ਰਾਜਾ ਰਾਮ ਮੋਹਨ ਰਾਏ। ਹਾਂਜੀ, ਉਹ ਚਾਹੁੰਦੇ ਸਨ ਐਂਡਿੰਗ ਦੀ ਪ੍ਰੈਕਟਿਸ ਆਫ ਸਤੀ, ਸਤੀ ਪ੍ਰਥਾ ਦਾ ਖਾਤਮਾ ਉਹ ਚਾਹੁੰਦੇ ਸਨ, ਠੀਕ ਹੈ ਜੀ। ਉਹ ਜਦੋਂ ਉਹਨਾਂ ਦੇ ਭਰਾ ਦੀ ਮੌਤ ਹੋ ਜਾਂਦੀ ਹੈ ਰਾਜਾ ਰਾਮ ਮੋਹਨ ਰਾਏ ਦੇ, ਤਾਂ ਉਹਨਾਂ ਦੀ ਜਿਹੜੀ ਭਾਬੀ ਹੈ ਉਹਨਾਂ ਨੂੰ ਚਿਤਾ ਦੇ ਵਿੱਚ ਜਿੰਦਾ ਜਿਹੜਾ ਜਲਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਇਸ ਪ੍ਰਥਾ ਨੂੰ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਜਿਹੜੇ ਯਤਨਸ਼ੀਲ ਹੋ ਜਾਂਦੇ ਆ, ਠੀਕ ਹੈ, ਧਿਆਨ ਰੱਖਣਾ ਐਂਡਿੰਗ ਆਫ ਦੀ ਪ੍ਰੈਕਟਿਸ ਆਫ ਸਤੀ। Raja Ram Mohan Rai was born on May 22, 1772 in village Radhanagar in the district of Hooghly in। ਦੱਸਣਾ ਹੈ ਵੀ ਰਾਜਾ ਰਾਮ ਮੋਹਨ ਰਾਏ ਦਾ ਜਨਮ 22 ਮਈ 1772 ਨੂੰ ਹੁਗਲੀ ਜ਼ਿਲ੍ਹੇ ਦੇ ਰਾਧਾਨਗਰ ਦੇ ਵਿੱਚ ਹੋਇਆ ਸੀ ਤੇ ਇਹ ਦੱਸਣਾ ਵੀ ਇਹ ਕਿੱਥੇ ਸਥਿਤ ਹੈ? ਹਾਂਜੀ, ਇਹ ਕੋਲਕਾਤਾ ਬੰਗਾਲ ਦੇ ਵਿੱਚ ਸਥਿਤ ਹੈ। ਵਿਚ ਸਟੇਟਮੈਂਟ ਵਿਦ ਰਿਗਾਰਡ ਟੂ ਰਾਜਾ ਰਾਮ ਮੋਹਨ ਰਾਏ ਇਜ਼ ਕਰੈਕਟ, ਦੱਸਣਾ ਹੈ ਕਿਹੜੀ ਸਟੇਟਮੈਂਟ ਰਾਜਾ ਰਾਮ ਮੋਹਨ ਰਾਏ ਦੇ ਸੰਦਰਭ ਦੇ ਵਿੱਚ ਕਰੈਕਟ ਹੈ, ਠੀਕ ਹੈ। ਹੀ ਰੋਟ ਦਾ ਗਿਫਟ ਟੂ ਮੋਨੋਥਿਸਟ, ਹਾਂਜੀ, ਇੱਕ ਪਰਮਾਤਮਾ ਦਾ ਈਸ਼ਵਰਵਾਦ ਦਾ ਤੋਹਫਾ ਜਾਂ ਗਿਫਟ ਇਹ ਲਿਖਿਆ ਸੀ, ਹਾਂਜੀ ਬਿਲਕੁਲ ਲਿਖੀ ਸੀ। ਇਹ 1809 ਦੇ ਵਿੱਚ ਇਹਦੀ ਰਚਨਾ ਕੀਤੀ ਸੀ। ਇਹ ਫਾਊਂਡਰ ਦੀ ਬ੍ਰਹਮੋ ਸਮਾਜ ਦੀ ਇਸ ਦੀ ਸਥਾਪਨਾ ਕੀਤੀ ਸੀ ਰਾਜਾ ਰਾਮ ਮੋਹਨ ਰਾਏ ਨੇ, ਬਿਲਕੁਲ ਸਹੀ ਹੈ ਜੀ, 1828 ਦੇ ਵਿੱਚ ਕੀਤੀ ਸੀਗੀ।
ठीक है जी 20 ਅਗਸਤ ਨੂੰ। ਇਹ ਸਟਾਰਟਡ ਦੀ ਆਤਮੀਆ ਸਭਾ ਇਸਨੇ ਸ਼ੁਰੂ ਕੀਤੀ ਸੀ, ਇਹ ਵੀ ਬਿਲਕੁਲ ਰਾਈਟ ਹੈ ਜੀ। ਆਤਮੀਆ ਸਭਾ ਦੀ ਸਥਾਪਨਾ ਜਿਹੜੀ ਚਲਾਈ ਸੀਗੀ ਇਹ 1814-15 ਵਿੱਚ, ਠੀਕ ਹੈ ਜੀ। ਇਹ ਪਬਲਿਸ਼ਡ ਦੀ ਪ੍ਰਸੈਪਟ ਆਫ ਜੀਸਸ, ਹਾਂਜੀ ਪ੍ਰਸੈਪਟ ਆਫ ਜੀਸਸ ਹੈ ਇਹਦੀ ਵੀ ਕੀਤੀ ਸੀਗੀ ਜੀ। ਜਿਹੜਾ ਈਸਾਈ ਧਰਮ ਹੈ ਉਹਦੇ ਵਿੱਚ ਆਪਣੇ ਵਿਚਾਰਾਂ ਨੂੰ ਮਾਨਤਾ ਦੇਣ ਦੇ ਲਈ 1820 ਦੇ ਵਿੱਚ, ਠੀਕ ਹੈ ਧਿਆਨ ਰੱਖਣਾ 1820 ਦੇ ਵਿੱਚ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਵਿਦ ਰਿਗਾਰਡ ਟੂ ਰਾਜਾ ਰਾਮ ਮੋਹਨ ਰਾਏ ਇਜ਼ ਆਰ ਕਰੈਕਟ। ਦੱਸਣਾ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹੈ ਰਾਜਾ ਰਾਮ ਮੋਹਨ ਰਾਏ ਦੇ ਸੰਦਰਭ ਦੇ ਵਿੱਚ ਬਿਲਕੁਲ ਠੀਕ ਹੈ। ਇਹ ਐਡਵੋਕੇਟਡ ਦੀ ਪ੍ਰਮੋਸ਼ਨ ਆਫ ਇੰਗਲਿਸ਼ ਲੈਂਗੁਏਜ, ਉਹਨਾਂ ਨੇ ਅੰਗਰੇਜ਼ੀ ਭਾਸ਼ਾ ਦੇ ਪ੍ਰਮੋਸ਼ਨ ਦੀ ਵਕਾਲਤ ਕੀਤੀ, ਬਿਲਕੁਲ ਸਹੀ ਹੈ ਕਿਉਂਕਿ ਇਹ ਵੈਸਟਰਨ ਸੱਭਿਆਚਾਰ ਤੋਂ ਪ੍ਰਭਾਵਿਤ ਸਨ। ਹੀ ਸਟਰੋਂਗਲੀ ਐਡਵੋਕੇਟਡ ਦੀ ਅਬੋਲਿਸ਼ਨ ਆਫ ਦੀ ਸਤੀ ਸਿਸਟਮ ਨੂੰ ਖਾਤਮੇ ਦੇ ਲਈ ਬਹੁਤ ਮਜ਼ਬੂਤ ਤਰੀਕੇ ਨਾਲ ਵਕਾਲਤ ਕੀਤੀ, ਬਿਲਕੁਲ ਰਾਈਟ ਹੈ ਜੀ। ਇਹ ਐਡਵੋਕੇਟਡ ਦੀ ਵਿਡੋ ਰੀ ਮੈਰਿਜ, ਹਾਂਜੀ ਉਹਨਾਂ ਨੇ ਵਿਧਵਾ ਪੁਨਰ ਵਿਆਹ ਦੀ ਵਕਾਲਤ ਕੀਤੀ, ਹਾਂਜੀ ਵਕਾਲਤ ਕੀਤੀ ਸੀ ਪਰ ਕਾਨੂੰਨ ਨਹੀਂ ਪਾਸ ਕਰਵਾ ਸਕੀ ਸੀ, ਠੀਕ ਹੈ ਜੀ। ਕਾਨੂੰਨ ਇਹ ਪਾਸ ਹੁੰਦਾ ਜੀ 1856 ਦੇ ਵਿੱਚ, ਧਿਆਨ ਰੱਖਣਾ। ਸਤੀ ਪ੍ਰਥਾ ਦਾ ਜਿਹੜਾ ਕਾਨੂੰਨ ਪਾਸ ਹੁੰਦਾ ਜੀ ਉਹ 1829 ਵਿੱਚ, ਠੀਕ ਹੈ ਜੀ। ਹਾਂਜੀ ਇਹ ਕਾਨੂੰਨ ਵਿਡੋ ਰੀ ਮੈਰਿਜ ਕਾਨੂੰਨ ਪਾਸ ਕਰਨ ਦੇ ਵਿੱਚ ਜਿਹੜਾ ਯੋਗਦਾਨ ਸੀਗਾ ਉਹ ਸੀਗਾ ਆਪਣੇ ਕੋਲ ਲਾਰਡ ਕੈਨਿੰਗ ਦਾ, ਠੀਕ ਹੈ। ਲਾਰਡ ਕੈਨਿੰਗ ਨੇ ਵਿਡੋ ਰੀ ਮੈਰਿਜ ਐਕਟ ਪਾਸ ਕੀਤਾ ਸੀਗਾ ਅਤੇ ਇਹਦੇ ਲਈ ਕਿਹੜਾ ਭਾਰਤੀ ਸੀ ਜਿਹਨੇ ਬਹੁਤ ਜ਼ਿਆਦਾ ਜ਼ੋਰ ਲਗਾਇਆ ਸੀਗਾ ਜਾਂ ਪ੍ਰੇਰਿਤ ਕੀਤਾ ਸੀ ਲਾਰਡ ਕੈਨਿੰਗ ਨੂੰ, ਉਹ ਸੀ ਈਸ਼ਵਰ ਚੰਦਰ ਵਿਦਿਆਸਾਗਰ, ਧਿਆਨ ਰੱਖਣਾ ਜੀ ਇਹ ਇੰਪੋਰਟੈਂਟ ਹੈ। ਰਾਜਾ ਰਾਮ ਮੋਹਨ ਰਾਏ ਵਾਸ ਗਿਵਨ ਦੀ ਟਾਈਟਲ ਰਾਜਾ ਬਾਈ। ਦੱਸਣਾ ਹੈ ਵੀ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਕਿਸ ਨੇ ਦਿੱਤਾ ਸੀਗਾ? ਉਸ ਸਮੇਂ ਦਾ ਮੁਗਲ ਬਾਦਸ਼ਾਹ ਅਕਬਰ ਦੂਜੇ ਨੇ ਦਿੱਤਾ ਸੀਗਾ, ਇਹ ਸੀਗਾ ਮੁਗਲ ਬਾਦਸ਼ਾਹ, ਠੀਕ ਹੈ ਜੀ। ਰਾਜਾ ਰਾਮ ਮੋਹਨ ਰਾਏ ਐਂਡ ਬ੍ਰਹਮੋ ਸਮਾਜ, ਠੀਕ ਹੈ। ਰਾਜਾ ਰਾਮ ਤੇ ਮੋਹਨ ਰਾਏ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਰਾਜਾ ਰਾਮ ਮੋਹਨ ਰਾਏ ਆਰ ਕਰੈਕਟ। ਦੱਸਣਾ ਹੈ ਰਾਜਾ ਰਾਮ ਮੋਹਨ ਰਾਏ ਨਾਲ ਸੰਬੰਧਿਤ ਕਿਹੜੀ ਸਟੇਟਮੈਂਟ ਠੀਕ ਹੈ? ਕੰਸੀਡਰ ਐਜ਼ ਦੀ ਫਾਦਰ ਆਫ ਇੰਡੀਅਨ ਰੀਨੈਂਸੈਂਸ, ਹਾਂਜੀ ਭਾਰਤੀ ਪੁਨਰ ਜਾਗਰਨ ਦਾ ਪਿਤਾਮਾ ਕਿਹਾ ਜਾਂਦਾ ਹੈ, ਬਿਲਕੁਲ ਸਹੀ ਹੈ। ਸਟਾਰਟਡ ਬ੍ਰਹਮੋ ਸਮਾਜ ਸ਼ੁਰੂ ਕੀਤਾ ਸੀ, ਬਿਲਕੁਲ ਸਹੀ ਹੈ। ਸੈਟ ਅਪ ਆਤਮੀਆ ਸਭਾ ਇਨ ਕਲਕੱਤਾ ਦੇ ਵਿੱਚ ਆਤਮੀਆ ਸਭਾ ਦਾ ਨਿਰਮਾਣ ਕੀਤਾ, ਵੀ ਬਿਲਕੁਲ ਸਹੀ ਹੈ। ਹਾਂਜੀ ਬ੍ਰਹਮੋ ਸਮਾਜ ਹੈ ਇਹ 1828 ਦੇ ਵਿੱਚ, ਧਿਆਨ ਰੱਖਣਾ ਹੈ 20 ਅਗਸਤ ਨੂੰ, ਤੇ ਆਤਮੀਆ ਸਭਾ ਇਹ 1814-15 ਦੇ ਵਿੱਚ, ਠੀਕ ਹੈ ਵੀ ਧਿਆਨ 'ਚ ਰੱਖਣਾ ਹੈ। ਟ੍ਰਾਂਸਲੇਟਡ ਵਿਦਾਸ ਐਂਡ 5 ਉਪਨਿਸ਼ਦ ਟੂ ਬੰਗਾਲੀ ਲੈਂਗੁਏਜ, ਕਹਿੰਦੇ ਉਸਨੇ ਵਿਦਾਸ ਤੇ 5 ਉਪਨਿਸ਼ਦ ਹੈ ਉਸਨੂੰ ਬੰਗਾਲੀ ਭਾਸ਼ਾ ਦੇ ਵਿੱਚ ਟ੍ਰਾਂਸਲੇਟ ਕੀਤਾ ਸੀ, ਇਹ ਵੀ ਬਿਲਕੁਲ ਰਾਈਟ ਹੈ। ਹਾਂਜੀ ਇਹਦਾ ਰਾਈਟ ਆਂਸਰ ਬਣ ਜਾਏਗਾ ਆਲ ਆਫ ਦੀ ਅਬਵ। ਹਾਂਜੀ ਤੋਫਾਤ ਉਲ ਮਵਾਬੂਦੀਨ ਆਰ ਟਰੈਕਟ ਰਿਟਨ ਬਾਈ ਦੀ ਰਾਜਾ ਰਾਮ ਮੋਹਨ ਰਾਏ ਇਜ਼, ਠੀਕ ਹੈ ਜੀ। ਇਹ ਲਿਖਿਆ ਸੀਗਾ ਮੂਰਤੀ ਪੂਜਾ ਦੇ ਖਿਲਾਫ ਇਹਨਾਂ ਨੇ ਲਿਖਿਆ ਸੀ ਤੋਫਾਤ ਗਿਫਟ ਟੂ ਮੋਨੋਥਿਜ਼ਮ, ਠੀਕ ਹੈ ਜੀ ਇਹ ਧਿਆਨ ਰੱਖਣਾ ਹੈ ਗਿਫਟ ਟੂ ਮੋਨੋਥਿਜ਼ਮ, ਇਹ ਇਹਨਾਂ ਨੇ ਲਿਖਿਆ ਸੀਗਾ 1809 ਦੇ ਵਿੱਚ, ਠੀਕ ਹੈ ਜੀ। ਇਹ ਮੂਰਤੀ ਪੂਜਾ ਦੇ ਖਿਲਾਫ ਲਿਖਿਆ ਸੀ, ਇਹਦਾ ਰਾਈਟ ਆਂਸਰ ਬਣ ਜਾਏਗਾ ਆਪਣੇ ਕੋਲ ਸਤੀ ਸਿਸਟਮ 9, ਵਿਡੋ ਰੀ ਮੈਰਿਜ 9 ਤੇ ਅਗੇਨਸਟ ਆਈਡੋਲਟਰੀ ਦਾ ਮਤਲਬ ਹੁੰਦਾ ਮੂਰਤੀ ਪੂਜਾ ਦੇ ਖਿਲਾਫ, ਬਿਲਕੁਲ ਸਹੀ ਹੈ ਜਿਹਦਾ ਰਾਈਟ ਆਂਸਰ ਬਣੇਗਾ ਏ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹੈ ਉਹ ਠੀਕ ਨਹੀਂ ਹੈ। ਰਾਜਾ ਰਾਮ ਮੋਹਨ ਰਾਏ ਸੈਟ ਅਪ ਬ੍ਰਹਮੋ ਸਮਾਜ ਇਨ 1828, 1828 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ, ਬਿਲਕੁਲ ਸਹੀ ਹੈ ਜੀ। ਬ੍ਰਹਮੋ ਸਮਾਜ ਫੋਰਬਿਡ ਦਾ ਮਤਲਬ ਮਨਾ ਕਰਨਾ, ਆਈਡੋਲ ਵਰਸ਼ਿਪ ਦੀ ਮਨਾਹੀ ਸੀ, ਐਂਡ ਡਿਸਕਾਰਡਡ ਮੀਨਿੰਗਲੈਸ ਰਾਈਟਸ ਐਂਡ ਰਿਚੁਅਲ, ਅਤੇ ਜਿਹੜੇ ਮੀਨਿੰਗਲੈਸ ਰੀਤੀ ਰਿਵਾਜ ਆ ਉਹਨਾਂ ਨੂੰ ਵੀ ਇਹਨਾਂ ਨੇ ਤਿਆਗ ਦਿੱਤਾ ਸੀ, ਇਹ ਵੀ ਬਿਲਕੁਲ ਰਾਈਟ ਹੈ। ਰਾਜਾ ਰਾਮ ਮੋਹਨ ਰਾਏ ਵਰਕਡ ਟੂ ਅਬੋਲਿਸ਼ ਚਾਈਲਡ ਮੈਰਿਜ, ਰਾਜਾ ਮੋਹਨ ਰਾਏ ਨੇ ਕਹਿੰਦੇ ਚਾਈਲਡ ਮੈਰਿਜ ਜਿਹੜਾ ਹੈ ਉਸ ਨੂੰ ਖਤਮ ਕਰਨ ਦੇ ਲਈ ਕੰਮ ਕੀਤਾ, ਠੀਕ ਹੈ। ਇਹਨੂੰ ਅਬੋਲਿਸ਼ ਨਹੀਂ ਕਰਵਾ ਸਕੇ ਸੀ, ਇਹ ਗਲਤ ਹੋ ਗਿਆ। ਸਤੀ ਪ੍ਰਥਾ ਵਾਜ਼ ਅਬੋਲਿਸ਼ਡ ਇਨ 1829, ਹਾਂਜੀ 1829 ਦੇ ਵਿੱਚ ਸਤੀ ਪ੍ਰਥਾ ਦਾ ਖਾਤਮਾ ਹੋਇਆ, ਬਿਲਕੁਲ ਰਾਈਟ ਹੈ। ਆਪਾਂ ਦੱਸਣਾ ਸੀ ਨਾਟ ਕਰੈਕਟ, ਤੇ ਨਾਟ ਕਰੈਕਟ ਹੈ ਜੀ ਆਪਸ਼ਨ ਨੰਬਰ ਸੀ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਟੂ ਰਾਜਾ ਰਾਮ ਮੋਹਨ ਰਾਏ, ਰਾਜਾ ਰਾਮ ਮੋਹਨ ਰਾਏ ਦੇ ਨਾਲ ਸੰਬੰਧਿਤ ਸਟੇਟਮੈਂਟ ਨੂੰ ਆਪਾਂ ਵਿਚਾਰਨਾ ਹੈ। ਵਿਚ ਆਫ ਦੀ ਅਬਵ ਸਟੇਟਮੈਂਟ ਇਜ਼ ਔਰ ਆਰ ਕਰੈਕਟ, ਦੱਸਣਾ ਇਹਨਾਂ ਵਿੱਚੋਂ ਕਿਹੜੀਆਂ ਸਟੇਟਮੈਂਟ ਠੀਕ ਹਨ। ਰਾਜਾ ਰਾਮ ਮੋਹਨ ਰਾਏ ਜਾਣਦੇ ਸਨ ਸਪਰੈਡ ਆਫ ਵੈਸਟਰਨ ਐਜੂਕੇਸ਼ਨ ਵਾਜ਼ ਨੈਸੈਸਰੀ ਟੂ ਡਿਵੈਲਪ ਐ ਨੈਸ਼ਨਲ ਐਂਡ ਸਾਇੰਟੀਫਿਕ ਐਟੀਟਿਊਡ ਇਨ ਦੀ ਇੰਡੀਅਨ ਸੋਸਾਇਟੀ, ਕਿ ਭਾਰਤੀ ਸਮਾਜ ਦੇ ਵਿੱਚ ਸਾਇੰਟੀਫਿਕ ਐਟੀਟਿਊਡ ਤੇ ਰਾਸ਼ਟਰਵਾਦ ਦ੍ਰਿਸ਼ਟੀਕੋਣ ਦਾ ਵਿਕਾਸ ਕਰਨ ਦੇ ਲਈ ਵੈਸਟਰਨ ਐਜੂਕੇਸ਼ਨ ਜ਼ਰੂਰੀ ਹੈ, ਬਿਲਕੁਲ ਰਾਈਟ ਹੈ। ਇਹ ਵੈਸਟਰਨ ਐਜੂਕੇਸ਼ਨ ਦੇ ਸਮਰਥਨ ਸਨ, ਅੰਗਰੇਜ਼ੀ ਭਾਸ਼ਾ ਦੇ ਵਿੱਚ ਸਿੱਖਿਆ ਦੇਣ ਦੇ ਵੀ ਇਹ ਸਮਰਥਕ ਸਨ। He played a pioneering role in the religious and social reforms movement of the 19th century ਬੰਗਾਲ, ਹਾਂਜੀ ਬੰਗਾਲ ਦੇ ਵਿੱਚ 19ਵੀਂ ਸਦੀ ਦੇ ਸਮਾਜਿਕ ਤੇ ਧਾਰਮਿਕ ਜਿਹੜੇ ਸੁਧਾਰ ਹੈ ਅੰਦੋਲਨ ਹੈ ਉਹਨਾਂ ਦੇ ਉਸ ਦੇ ਵਿੱਚ ਪਾਇਨੀਅਰ ਰੋਲ ਮੁੱਖ ਭੂਮਿਕਾ ਇਹਨਾਂ ਨੇ ਅਦਾ ਕੀਤੀ, ਬਿਲਕੁਲ ਸਹੀ ਹੈ। ਧਿਆਨ ਰੱਖਣਾ ਹੈ ਇਹ 19ਵੀਂ ਸਦੀ ਹੋਏਗੀ ਜਦੋਂ 1801 ਚੱਲ ਪੈਂਦਾ ਹੈ, ਉਸ ਤੋਂ ਬਾਅਦ 19ਵੀਂ ਜਿਹੜੀ ਸਦੀ ਹੈ ਸ਼ੁਰੂ ਹੋ ਜਾਂਦੀ ਹੈ। ਧਿਆਨ ਰੱਖਣਾ ਹੈ ਸਦੀ ਦਾ ਧਿਆਨ ਰੱਖਣਾ ਹੈ, ਜੇ 18th ਸੈਂਚਰੀ ਹੁੰਦੀ ਫਿਰ ਗਲਤ ਹੋ ਜਾਣਾ ਸੀ। ਹਾਂਜੀ ਬਹੁਤ 1 ਐਂਡ 2 ਬਹੁਤ ਹੱਦ ਕਰੈਕਟ, ਇਹਦਾ ਰਾਈਟ ਆਂਸਰ ਬਣੇਗਾ ਜੀ, ਠੀਕ ਹੈ। ਵੈਨ ਵਾਜ਼ ਦੀ ਹਿੰਦੂ ਕਾਲਜ ਕਲਕੱਤਾ ਸਟੈਬਲਿਸ਼, ਹਿੰਦੂ ਕਾਲਜ ਜਿਹੜਾ ਕਲਕੱਤਾ ਹੈ ਉਹਦੀ ਸਟੈਬਲਿਸ਼ਮੈਂਟ ਕਦੋਂ ਹੋਈ ਸੀ? 1817 ਦੇ ਵਿੱਚ ਹੋਈ ਸੀ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਠੀਕ ਹੈ ਅਬਾਊਟ ਦੀ ਰਾਜਾ ਰਾਮ ਮੋਹਨ ਰਾਏ ਦੇ ਨਾਲ ਸੰਬੰਧ ਦੱਸਣਾ ਵੀ ਕਿਹੜੀ ਸਟੇਟਮੈਂਟ ਹੈ ਉਹ ਠੀਕ ਨਹੀਂ। ਹਾਂਜੀ ਰਾਜਾ ਰਾਮ ਮੋਹਨ ਰਾਏ ਵਾਜ਼ ਬੋਰਨ ਇਨ ਅ ਵੈਲ ਟੂ ਡੂ ਫੈਮਿਲੀ ਇਨ ਬੰਗਾਲ ਪ੍ਰੋਬਬਲੀ ਇਨ 1772, ਹਾਂਜੀ ਰਾਜਾ ਰਾਮ ਮੋਹਨ ਰਾਏ ਦਾ ਜਨਮ 1772 ਦੇ ਵਿੱਚ ਬੰਗਾਲ ਦੇ ਵਿੱਚ ਇੱਕ ਅਮੀਰ ਜਾਂ ਚੰਗੇ ਖਾਨਦਾਨ ਵਿੱਚ ਹੋਇਆ ਸੀ, ਬਿਲਕੁਲ ਰਾਈਟ ਹੈ ਜੀ ਇਹ। ਹਾਂਜੀ ਹੀ ਡਾਈਡ ਇਨ ਇੰਡੀਆ ਇਨ 1833, ਇਹ ਤਾਂ ਠੀਕ ਹੈ ਜੀ 1833 ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ, ਪਰ ਇੰਡੀਆ ਵਿੱਚ ਹੋਈ ਸੀ ਨਹੀਂ, ਇਹ ਗਲਤ ਹੋ ਗਿਆ, ਇਹਨਾਂ ਦੀ ਮੌਤ ਲੰਡਨ ਵਿੱਚ ਹੋਈ ਸੀ, ਠੀਕ ਹੈ ਜੀ। ਹੀ ਵਾਜ਼ ਗਿਵਨ ਦੀ ਟਾਈਟਲ ਆਫ ਰਾਜਾ ਬਾਈ ਦੀ ਮੁਗਲ ਅੰਪਾਇਰ, ਮੁਗਲ ਬਾਦਸ਼ਾਹ ਦੁਆਰਾ ਇਹਨਾਂ ਨੂੰ ਰਾਜਾ ਦਾ ਟਾਈਟਲ ਦਿੱਤਾ ਗਿਆ, ਇਹ ਬਿਲਕੁਲ ਰਾਈਟ ਹੈ ਜੀ। ਹੀ ਸਟਾਰਟਡ ਦੀ ਨਿਊਜ਼ਪੇਪਰ ਨੇਮਡ ਸਮਾਜ ਕੌਮ ਦੀ ਨਾਂ ਦਾ ਜਿਹੜਾ ਇਹਨਾਂ ਨੇ ਇੱਕ ਨਿਊਜ਼ਪੇਪਰ ਸ਼ੁਰੂ ਕੀਤਾ ਸੀ, ਬਿਲਕੁਲ ਸਹੀ ਹੈ। ਬੰਗਲਾ ਭਾਸ਼ਾ ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਸਪਤਾਹਿਕ ਸੀਗਾ, ਧਿਆਨ 'ਚ ਰੱਖਣਾ ਜੀ। ਹੂ ਰੋਟ ਦੀ ਬੁੱਕ ਅ ਗਿਫਟ ਟੂ ਮੋਨੋਥਿਸਟ, ਮੋਨੋਥਿਸਟ ਜਿਹੜੀ ਕਿਤਾਬ ਹੈ ਗਿਫਟ ਟੂ ਮੋਨੋਥਿਸਟ, ਇਹਦੀ ਰਚਨਾ ਕਿਸਨੇ ਕੀਤੀ ਸੀ? ਇਹਦੀ 1809 ਦੇ ਵਿੱਚ ਇਹਦੀ ਰਚਨਾ ਕੀਤੀ ਗਈ ਸੀ, ਰਾਜਾ ਰਾਮ ਮੋਹਨ ਰਾਏ ਨੇ ਕੀਤੀ ਸੀ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਦੱਸਣਾ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਠੀਕ ਨਹੀਂ ਹੈ। ਰਾਜਾ ਰਾਮ ਮੋਹਨ ਰਾਏ ਸੈਟ ਅਪ ਬ੍ਰਹਮੋ ਸਭਾ ਇਨ 1828,
हाँ जी, ਜਿਹੜਾ ਬ੍ਰਹਮੋ ਸਮਾਜ ਹੈ ਇਹ ਸ਼ੁਰੂ ਦੇ ਵਿੱਚ ਇਹਦਾ ਨਾਮ ਬ੍ਰਹਮੋ ਸਭਾ ਸੀ ਤੇ ਰਾਜਾ ਰਾਮ ਮੋਹਨ ਰਾਏ ਨੇ 1828 ਦੇ ਵਿੱਚ 20 ਅਗਸਤ ਨੂੰ ਇਹਦੀ ਸਥਾਪਨਾ ਕੀਤੀ। ਬਿਲਕੁਲ ਰਾਈਟ ਹੈ ਜੀ ਇਹ। ਹਾਂਜੀ, ਬ੍ਰਹਮੋ ਸਮਾਜ ਫੋਰਬਿਡ ਆਈਡੋਲ ਵਰਸ਼ਿਪ ਐਂਡ ਡਿਸਕਾਰਡਡ ਮੀਨਿੰਗਲੈਸ ਰਾਈਟਸ ਐਂਡ ਰਿਚੁਅਲ। ਜਿਹੜਾ ਬ੍ਰਹਮੋ ਸਮਾਜ ਹੈ ਉਹ ਮੂਰਤੀ ਪੂਜਾ ਦਾ ਵਿਰੋਧ ਕਰਦਾ ਸੀ ਤੇ ਉਹਨਾਂ ਨੇ ਜਿਹੜੇ ਬੇਅਰਥ ਜਿਹੜੇ ਰੀਤੀ ਰਿਵਾਜ ਉਹਨਾਂ ਨੂੰ ਵੀ ਤਿਆਗ ਦਿੱਤਾ ਸੀ। ਇਹ ਵੀ ਰਾਈਟ ਹੈ ਜੀ। ਹਾਂਜੀ, ਸਤੀ ਪ੍ਰਥਾ ਵਾਜ਼ ਅਬੋਲਿਸ਼ਡ ਇਨ 1829। ਸਤੀ ਪ੍ਰਥਾ ਦਾ 1829 ਦੇ ਵਿੱਚ ਖਾਤਮਾ ਹੋ ਗਿਆ ਸੀ। ਇਹ ਵੀ ਬਿਲਕੁਲ ਰਾਈਟ ਹੈ। ਰਾਜਾ ਰਾਮ ਮੋਹਨ ਰਾਏ ਵਰਕ ਟੂ ਅਬੋਲਿਸ਼ ਚਾਈਲਡ ਮੈਰਿਜ। ਹਾਂਜੀ, ਚਾਈਲਡ ਮੈਰਿਜ ਦੇ ਖਾਤਮੇ ਦੇ ਲਈ ਕੰਮ ਕੀਤਾ। ਇਹ ਖਾਤਮ ਨਹੀਂ ਕਰਵਾ ਪਾਏ ਪਰ ਇਸ ਦੀ ਆਲੋਚਨਾ ਜ਼ਰੂਰ ਕੀਤੀ ਸੀ। ਠੀਕ ਹੈ ਜੀ। ਇਹ ਫਿਰ ਕੀ ਹੋ ਗਿਆ ਆਪਣੇ ਕੋਲ ਨੋਟ ਕਰੈਕਟ ਦੱਸਣਾ ਸੀ, ਰਾਈਟ ਆਂਸਰ ਬਣੇਗਾ ਸੀ। ਹੂ ਅਮੰਗ ਦੀ ਫੋਲੋਇੰਗ ਇਮੀਡੀਏਟਲੀ ਸਕਸੀਡਡ ਰਾਮ ਮੋਹਨ ਰਾਏ ਐਜ਼ ਦੀ ਹੈਡ ਆਫ ਦੀ ਬ੍ਰਹਮੋ ਸਮਾਜ। ਦੱਸਣਾ ਹੈ ਵੀ ਬ੍ਰਹਮੋ ਸਮਾਜ ਦਾ ਰਾਜਾ ਰਾਮ ਤੋਂ ਤੁਰੰਤ ਬਾਅਦ ਕੌਣ ਜਿਹੜਾ ਮੁਖੀ ਬਣਿਆ। ਠੀਕ ਹੈ ਜੀ। ਇਹ ਜਿਹੜਾ ਕੁਐਸਚਨ ਹੈ ਯੂਪੀ ਜਿਹੜਾ ਹੈ ਐਗਜ਼ਾਮ PGT ਉਹਦੇ ਵਿੱਚ ਪੁੱਛਿਆ ਗਿਆ ਸੀਗਾ ਤੇ ਉਹਦਾ ਜਿਹੜਾ ਉਹਨਾਂ ਨੇ ਰਾਈਟ ਆਂਸਰ ਦਿੱਤਾ ਸੀ ਦਵਿੰਦਰ ਨਾਥ ਟੈਗੋਰ ਦਿੱਤਾ ਸੀਗਾ। ਠੀਕ ਹੈ ਜੀ। ਤੇ ਬਾਅਦ ਵਿੱਚ ਜਦੋਂ ਇਹਦੇ ਤੇ ਆਬਜੈਕਸ਼ਨ ਲੱਗੀ ਤਾਂ ਉਹਨਾਂ ਨੇ ਇਹ ਕੁਐਸਚਨ ਵਿਦਡਰਾਅ ਕਰ ਲਿਆ ਕਿਉਂਕਿ ਉਹਨਾਂ ਨੇ ਪੁੱਛਿਆ ਇਮੀਡੀਏਟਲੀ। ਠੀਕ ਹੈ ਜੀ। ਤੁਰੰਤ ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਤੁਰੰਤ ਬਾਅਦ ਜਿਹੜਾ ਬਣਿਆ ਸੀਗਾ ਉਹ ਸੀ ਦਵਿੰਦਰ ਨਾਥ ਟੈਗੋਰ ਦੇ ਪਿਤਾ ਜੀ। ਠੀਕ ਹੈ ਜੀ। ਇਹ ਧਿਆਨ ਰੱਖਣਾ ਹੈ। ਤੇ ਪਰ ਉਹਨਾਂ ਨੇ ਜਿਹੜਾ ਆਂਸਰ ਆ ਜਿਹੜਾ ਉਹ ਦਵਿੰਦਰ ਨਾਥ ਟੈਗੋਰ ਦਿੱਤਾ ਸੀ, ਬਾਅਦ ਵਿੱਚ ਉਹਨਾਂ ਨੇ ਗ੍ਰੇਸ ਮਾਰਕਸ ਦੇ ਵਿੱਚ ਲੈ ਗਏ ਸੀ। ਇਹ ਧਿਆਨ ਰੱਖਣਾ ਜੀ। ਠੀਕ ਹੈ ਜੀ। ਦਵਿੰਦਰ ਨਾਥ ਟੈਗੋਰ ਦੇ ਪਿਤਾ ਦਾ ਨਾਮ ਸੀ ਦਵਾਰਕਾ ਨਾਥ ਟੈਗੋਰ। ਇਹ ਵੀ ਧਿਆਨ ਰੱਖਣਾ ਜੀ। ਰਾਜਾ ਰਾਮ ਮੋਹਨ ਰਾਏ ਵਾਸ ਗਿਵਨ ਦੀ ਟਾਈਟਲ ਆਫ ਰਾਜਾ। ਠੀਕ ਹੈ ਜੀ। ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਦਿੱਤਾ ਗਿਆ ਸੀਗਾ। ਉਹ ਅਕਬਰ ਦੂਜੇ ਨੇ ਦਿੱਤਾ ਸੀ ਮੁਗਲ ਬਾਦਸ਼ਾਹ ਉਸ ਸਮੇਂ ਦਾ। ਹਾਂਜੀ, ਮਿਰਤ ਉਲ ਅਖਬਾਰ। ਠੀਕ ਹੈ ਜੀ। ਇਹ ਵਾਵੀ ਨਾਲ ਹੈ। ਠੀਕ ਹੈ। ਧਿਆਨ ਰੱਖਣਾ। ਅਖਬਾਰ ਇਹਦੀ ਸਥਾਪਨਾ ਜਿਹੜੀ ਉਹ ਕਿਸ ਨੇ ਕੀਤੀ ਸੀਗੀ। ਇਹ ਜਿਹੜਾ ਫਾਰਸੀ ਭਾਸ਼ਾ ਦੇ ਵਿੱਚ ਸਪਤਾਹਿਕ ਅਖਬਾਰ ਸੀ ਸ਼ਬਦ ਸੀਗਾ। ਠੀਕ ਹੈ ਜੀ। ਰਾਜਾ ਰਾਮ ਮੋਹਨ ਰਾਏ ਨੇ ਇਹਦਾ ਪ੍ਰਕਾਸ਼ਨ ਸ਼ੁਰੂ ਕਰਵਾਇਆ ਸੀਗਾ। ਹਾਂਜੀ, ਇਹਦਾ ਪ੍ਰਕਾਸ਼ਨ ਸ਼ੁਰੂ ਹੋਇਆ ਸੀਗਾ 1822 ਦੇ ਵਿੱਚ। ਠੀਕ ਹੈ। ਧਿਆਨ ਰੱਖਣਾ ਜੀ। ਦੀ ਲੀਡਿੰਗ ਲਾਈਟ ਆਫ ਦੀ ਰੀਨੈਂਸ ਆਫ ਮੂਵਮੈਂਟ ਇਨ ਇੰਡੀਆ ਵਾਜ਼। ਠੀਕ ਹੈ ਜੀ। ਜਿਹੜਾ ਭਾਰਤ ਹੈ ਉਹਦੇ ਵਿੱਚ ਪੁਨਰ ਜਾਗਰਣ ਅੰਦੋਲਨ ਦਾ ਜਿਹੜਾ ਲੀਡਿੰਗ ਜਿਹੜਾ ਕੌਣ ਸੀ, ਅਗਵਾਈਕਾਰ ਕੌਣ ਸੀ, ਉਹ ਸੀ ਰਾਜਾ ਰਾਮ ਮੋਹਨ ਰਾਏ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਦਵਿੰਦਰ ਨਾਥ ਟੈਗੋਰ। ਹਾਂਜੀ, 21 ਦਸੰਬਰ 1843 ਨੂੰ ਦਵਿੰਦਰ ਨਾਥ ਟੈਗੋਰ ਨੇ ਆਪਣੇ 20 ਸਾਥੀਆਂ ਦੇ ਨਾਲ ਰਸਮੀ ਤੌਰ ਤੇ ਬ੍ਰਹਮੋ ਸਮਾਜ ਦੇ ਵਿੱਚ ਸ਼ਾਮਲ ਹੋ ਗਏ ਤੇ ਨਵੇਂ ਜੋਸ਼ ਦੇ ਨਾਲ ਕੰਮ ਕਰਦੇ ਹੋਏ ਉਸਨੇ ਬ੍ਰਹਮੋ ਸਮਾਜ ਦਾ ਨਵੇਂ ਸਿਰੋਂ ਜਿਹੜਾ ਹੈ ਸੰਗਠਨ ਹੈ ਉਹ ਕੀਤਾ। ਠੀਕ ਹੈ ਜੀ। ਧਿਆਨ ਰੱਖਣਾ ਹੈ। ਉਹਨਾਂ ਨੇ ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਦੇ ਲਈ ਤੇ ਸੱਚ ਦੀ ਖੋਜ ਦੇ ਉਦੇਸ਼ ਦੇ ਨਾਲ। ਠੀਕ ਹੈ। ਧਿਆਨ ਰੱਖਣਾ ਹੈ। ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਦਾ ਪ੍ਰਸਾਰ ਕਰਨ ਲਈ ਤੇ ਸੱਚ ਦੀ ਖੋਜ ਦੇ ਉਦੇਸ਼ ਦੇ ਨਾਲ 1839 ਦੇ ਵਿੱਚ ਕਲਕੱਤਾ ਦੇ ਵਿੱਚ ਤੱਤਵ ਬੋਧਨੀ, ਜਿਹਨੂੰ ਰੰਜਨੀ ਸਭਾ ਵੀ ਕਿਹਾ ਜਾਂਦਾ ਹੈ, ਇਹਦੀ ਸਥਾਪਨਾ ਕੀਤੀ। ਵੈਰੀ ਇੰਪੋਰਟੈਂਟ ਹੈ। ਬਹੁਤ ਸਾਰੇ ਐਗਜ਼ਾਮ 'ਤੇ ਪੁੱਛਿਆ ਜਾਂਦਾ ਹੈ। ਤੱਤਵ ਬੋਧਨੀ ਸਭਾ ਦਾ ਜਿਹੜਾ ਗਠਨ ਹੈ ਕਿਸਨੇ ਕੀਤਾ ਤਾਂ ਰਾਈਟ ਆਂਸਰ ਹੈ ਦਵਿੰਦਰ ਨਾਥ ਟੈਗੋਰ ਨੇ 1839 ਦੇ ਵਿੱਚ। ਕਿਸ ਉਦੇਸ਼ ਦੇ ਲਈ ਕੀਤਾ ਸੀ? ਸੱਚ ਦੀ ਖੋਜ ਦੇ ਲਈ ਤੇ ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਦੇ ਪ੍ਰਸਾਰ ਲਈ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਤੱਤਵ ਬੋਧਨੀ ਨਾਂ ਦਾ ਅਖਬਾਰ ਹੈ ਉਹ ਵੀ ਸ਼ੁਰੂ ਕੀਤਾ ਸੀ। ਠੀਕ ਹੈ ਜੀ। ਧਿਆਨ ਰੱਖਣਾ ਹੈ। ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਜਿਹੜਾ ਤੱਤਵ ਬੋਧਨੀ ਜਿਹੜਾ ਸੀਗਾ ਸੰਗਠਨ ਉਹਦੇ ਵਿੱਚ ਰਜਿੰਦਰ ਲਾਲ ਮਿੱਤਰ, ਅਕਸ਼ੇ ਕੁਮਾਰ ਦੱਤ, ਈਸ਼ਵਰ ਚੰਦਰ ਵਿਦਿਆਸਾਗਰ। ਵੈਰੀ ਇੰਪੋਰਟੈਂਟ ਹੈ ਇਹ ਈਸ਼ਵਰ ਚੰਦਰ ਵਿਦਿਆਸਾਗਰ, ਜਿਹਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਵਿਡੋ ਰੀਮੈਰਿਜ ਵਿਧਵਾ ਪੁਨਰ ਵਿਵਾਹ ਜਿਹੜਾ ਉਹਦੇ ਲਈ ਕਾਨੂੰਨ ਬਣਿਆ ਸੀਗਾ। ਤਾਰਾ ਚੰਦਰ ਚੱਕਰਵਰਤੀ ਤੇ ਪਿਆਰੇ ਲਾਲ ਮਿੱਤਰ ਵਰਗੇ ਸਮਾਜ ਸੁਧਾਰਕ ਜਿਹੜੇ ਤੱਤਵ ਬੋਧਨੀ ਸਭਾ ਦੇ ਮੈਂਬਰ ਸਨ। ਠੀਕ ਹੈ। ਜਿਹਦੇ ਵਿੱਚ ਸ਼ਾਮਲ ਸੀ ਤੱਤਵ ਬੋਧਨੀ ਸਭਾ। ਇਹਦਾ ਗਠਨ ਹੈ ਜਿਹੜਾ ਦਵਿੰਦਰ ਨਾਥ ਟੈਗੋਰ ਨੇ 1839 ਦੇ ਵਿੱਚ ਕੀਤਾ ਸੀ। ਹਾਂਜੀ, ਧਿਆਨ ਰੱਖਣਾ ਹੈ। ਰਜਿੰਦਰ ਲਾਲ ਮਿੱਤਰ, ਅਕਸ਼ੇ ਕੁਮਾਰ ਦੱਤ, ਈਸ਼ਵਰ ਚੰਦਰ ਵਿਦਿਆਸਾਗਰ, ਤਾਰਾ ਚੰਦਰ ਚੱਕਰਵਰਤੀ ਤੇ ਪਿਆਰੇ ਲਾਲ ਮਿੱਤਰ। ਠੀਕ ਹੈ ਜੀ। ਰਜਿੰਦਰ ਲਾਲ ਮਿੱਤਰ ਤੇ ਪਿਆਰੇ ਲਾਲ ਮਿੱਤਰ ਦੋ ਤਾਂ ਮਿੱਤਰ ਸੀ। ਅਕਸ਼ੇ ਕੁਮਾਰ ਦੱਤ, ਤਾਰਾ ਚੰਦਰ ਚੱਕਰਵਰਤੀ ਤੇ ਈਸ਼ਵਰ ਚੰਦਰ ਵਿਦਿਆਸਾਗਰ। ਹਾਂਜੀ, ਉਹਨਾਂ ਨੇ ਇਸਤਰੀ ਦੀ ਸਿੱਖਿਆ ਤੇ ਜ਼ੋਰ ਦਿੱਤਾ ਤੇ ਵਿਧਵਾ ਵਿਵਾਹ ਦੇ ਹੱਕ ਵਿੱਚ ਸਨ। ਦਵਿੰਦਰ ਨਾਥ ਟੈਗੋਰ ਧਿਆਨ ਰੱਖਣਾ ਹੈ। ਉਹਨਾਂ ਨੇ ਪਹਿਲੀ ਪਤਨੀ ਦੇ ਜਿਉਂਦੇ ਦੂਜੇ ਵਿਆਹ ਦੀ ਜਿਹੜੀ ਉਹ ਨਿਖੇਧੀ ਕੀਤੀ। 1856 ਦੇ ਵਿੱਚ ਸ਼ਿਮਲਾ ਦੀਆਂ ਪਹਾੜੀਆਂ ਤੇ ਇਕਾਂਤਵਾਸ ਦੇ ਲਈ ਰਵਾਨਾ ਹੋ ਗਏ। ਠੀਕ ਹੈ ਜੀ। ਸ਼ਿਮਲਾ ਦੀਆਂ ਪਹਾੜੀਆਂ ਦੇ ਵਿੱਚ ਤੇ ਉਸ ਤੋਂ ਬਾਅਦ ਕੇਸ਼ਵ ਚੰਦਰ ਸੈਨ ਨੇ ਇਸ ਸੰਸਥਾ ਦੀ ਅਗਵਾਈ ਹੈ ਜਿਹੜੀ ਉਹ ਸੰਭਾਲੀ ਸੀ। ਠੀਕ ਹੈ ਜੀ। ਧਿਆਨ ਰੱਖਣਾ ਬ੍ਰਹਮੋ ਸਮਾਜ ਦੀ ਬਾਅਦ ਵਿੱਚ ਅਗਵਾਈ ਕਿਹਨੇ ਕੀਤੀ ਸੀ? ਕੇਸ਼ਵ ਚੰਦਰ ਸੈਨ। ਹੂ ਸਟਾਰਟਡ ਦੀ ਸੋਸ਼ੋ ਰਿਲੀਜੀਅਸ ਆਰਗੇਨਾਈਜੇਸ਼ਨ ਤੱਤਵ ਬੋਧਨੀ ਸਭਾ ਐਂਡ ਜਰਨਲ ਤੱਤਵ ਬੋਧਨੀ। ਦੱਸਣਾ ਹੈ ਵੀ ਇਹਨਾਂ ਵਿੱਚੋਂ ਕਿਸ ਨੇ ਤੱਤਵ ਬੋਧਨੀ ਸਭਾ ਸ਼ੁਰੂ ਕੀਤੀ ਸੀ ਤੇ ਤੱਤਵ ਬੋਧਨੀ ਇੱਕ ਜਿਹੜਾ ਜਰਨਲ ਹੈ ਪੱਤਰ ਹੈ ਉਹ ਸ਼ੁਰੂ ਕੀਤਾ ਸੀ। ਹਾਂਜੀ, ਉਹ ਸ਼ੁਰੂ ਕੀਤਾ ਸੀ ਦਵਿੰਦਰ ਨਾਥ ਟੈਗੋਰ। ਠੀਕ ਹੈ ਜੀ। 1839 ਦੇ ਵਿੱਚ। ਠੀਕ ਹੈ। ਇਹ ਧਿਆਨ ਰੱਖਣਾ ਜੀ, ਇੰਪੋਰਟੈਂਟ ਹੈ। ਤੇ ਜਿਹੜੇ ਦਵਿੰਦਰ ਨਾਥ ਟੈਗੋਰ ਹੈ ਉਹ ਰਮਿੰਦਰ ਨਾਥ ਟੈਗੋਰ ਦੇ ਫਾਦਰ ਸਾਹਿਬ ਸਨ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਆਰ ਕਰੈਕਟ। ਦੱਸਣਾ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਉਹ ਠੀਕ ਹੈ। ਆਫਟਰ ਰਾਜਾ ਰਾਮ ਮੋਹਨ ਰਾਏ ਡੈਥ ਇਨ 1833। ਹਾਂਜੀ, ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ 1833 ਦੇ ਵਿੱਚ ਦਵਿੰਦਰ ਨਾਥ ਟੈਗੋਰ ਬਿਕੇਮ ਦੀ ਪਾਪੂਲਰ ਲੀਡਰ ਆਫ ਬ੍ਰਹਮੋ ਸਮਾਜ। ਠੀਕ ਹੈ ਜੀ। 1833 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਦਵਿੰਦਰ ਨਾਥ ਟੈਗੋਰ ਬ੍ਰਹਮੋ ਸਮਾਜ ਦਾ ਇੱਕ ਪਾਪੂਲਰ ਲੀਡਰ ਬਣਿਆ। ਹਾਂਜੀ, ਬਿਲਕੁਲ ਰਾਈਟ ਹੈ ਕਿਉਂਕਿ ਇੱਥੇ ਪਾਪੂਲਰ ਲੀਡਰ ਦੀ ਗੱਲ ਕਰ ਰਹੇ ਆ ਕਿ ਉਸ ਤੋਂ ਬਾਅਦ ਦਵਾਰਕਾ ਨਾਥ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਸਨ ਦਵਿੰਦਰ ਨਾਥ ਟੈਗੋਰ ਦੇ, ਉਹ ਪਾਪੂਲਰ ਨਹੀਂ ਹੋਏ ਤੇ ਪਾਪੂਲਰ ਲੀਡਰ ਜਿਹੜਾ ਉਹ ਦਵਿੰਦਰ ਨਾਥ ਟੈਗੋਰ ਹੀ ਸੀ। ਬਿਲਕੁਲ ਸਹੀ ਹੈ। ਦਵਿੰਦਰ ਨਾਥ ਟੈਗੋਰ ਟਰਾਈ ਟੂ ਪਾਪੂਲਰਾਈਜ਼ ਦੀ ਆਈਡੀਆ ਆਫ ਰਾਜਾ ਰਾਮ ਮੋਹਨ ਰਾਏ। ਦਵਿੰਦਰ ਨਾਥ ਟੈਗੋਰ ਨੇ ਰਾਜਾ ਰਾਮ ਮੋਹਨ ਰਾਏ ਦੇ ਵਿਚਾਰਾਂ ਨੂੰ ਹਰਮਨ ਪਿਆਰਾ ਬਣਾਉਣ ਦੀ ਕੋਸ਼ਿਸ਼ ਕੀਤੀ ਬਾਏ ਫਾਊਂਡਿੰਗ ਦੀ ਤੱਤਵ ਬੋਧਨੀ ਸਭਾ। ਤੱਤਵ ਬੋਧਨੀ ਸਭਾ ਦੀ ਸਥਾਪਨਾ ਕਰਕੇ। ਬਿਲਕੁਲ ਰਾਈਟ ਹੈ ਜੀ ਇਹ। ਵਿਚ ਬਿਕੇਮ ਅ ਪਲੇਟਫਾਰਮ ਆਫ ਐਕਸਪ੍ਰੈਸ਼ਨ ਆਫ ਪ੍ਰੋਗਰੈਸਿਵ ਪਬਲਿਕ ਓਪੀਨੀਅਨ ਐਂਡ ਰਿਲੀਜੀਅਸ ਵਿਊ, ਜਿਹੜਾ ਕਿ ਬਾਅਦ ਵਿੱਚ ਇੱਕ ਪਲੇਟਫਾਰਮ ਬਣ ਗਿਆ ਵਿਚਾਰਾਂ ਦੇ ਪ੍ਰਗਟਾਵੇ ਦਾ, ਧਾਰਮਿਕ ਤੇ ਪਬਲਿਕ ਵਿਚਾਰਾਂ ਦੇ। ਠੀਕ ਹੈ ਜੀ। ਧਿਆਨ ਰੱਖਣਾ ਇੰਪੋਰਟੈਂਟ ਹੈ ਜੀ। ਦੋਨੋਂ ਜਿਹੜੇ ਪੁਆਇੰਟ ਆ ਉਹ ਕਰੈਕਟ ਹੈ। ਇਹਦੇ ਆਪਸ਼ਨਾਂ ਦਿੱਤੀਆਂ ਸੀਗੀਆਂ, ਬਹੁਤ ਆਰ ਕਰੈਕਟ ਦਾ ਰਾਈਟ ਆਂਸਰ ਬਣੇਗਾ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਕੇਸ਼ਵ ਚੰਦਰ ਸੈਨ। ਕੇਸ਼ਵ ਚੰਦਰ ਸੈਨ ਆਪਣੇ ਉਦਾਰਵਾਦੀ ਵਿਚਾਰਾਂ ਦੇ ਲਈ ਬ੍ਰਹਮੋ ਸਮਾਜ ਦੀ ਵਿਚਾਰਧਾਰਾ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਮਸ਼ਹੂਰ ਕਰ ਦਿੱਤਾ। ਠੀਕ ਹੈ ਜੀ। ਧਿਆਨ ਰੱਖਣਾ ਖੁੱਲੇ ਵਿਚਾਰਾਂ ਵਾਲੇ ਸਨ ਤੇ ਇਹਨਾਂ ਖੁੱਲੇ ਵਿਚਾਰਾਂ ਦੇ ਕਾਰਨ ਉਹਨਾਂ ਨੇ ਬ੍ਰਹਮੋ ਸਮਾਜ ਦੀ ਵਿਚਾਰਧਾਰਾ ਨੂੰ ਬਹੁਤ ਜ਼ਿਆਦਾ ਮਸ਼ਹੂਰ ਕੀਤਾ।
ਹਾਂਜੀ, ਬ੍ਰਹਮੋ ਸਮਾਜ ਦੀਆਂ ਜਿਹੜੀਆਂ ਸ਼ਿਖਾਵਾਂ ਹੈ, ਬ੍ਰਾਂਚਿਸ ਹੈ, ਠੀਕ ਹੈ ਜੀ, ਇਸ ਦੇ ਸਮੇਂ ਦੌਰਾਨ ਹੀ ਬੰਗਾਲ ਤੋਂ ਬਾਹਰ, ਠੀਕ ਹੈ ਜੀ, ਉੱਤਰ ਪ੍ਰਦੇਸ਼, ਉਸ ਸਮੇਂ ਉਸ ਨੂੰ ਸੰਯੁਕਤ ਪ੍ਰਾਂਤ ਕਿਹਾ ਜਾਂਦਾ ਸੀ, ਯੂਨਾਈਟਿਡ ਪ੍ਰੋਵਿੰਸਸ ਕਿਹਾ ਜਾਂਦਾ ਸੀ, ਪੰਜਾਬ ਤੇ ਮਦਰਾਸ ਵਿੱਚ ਖੋਲ੍ਹੀਆਂ ਗਈਆਂ। ਟੋਟਲ 11 ਪ੍ਰੋਵਿੰਸਸ ਸੀ, ਇਹ ਧਿਆਨ ਰੱਖਣਾ ਜੀ, ਠੀਕ ਹੈ ਜੀ। ਬ੍ਰਿਟਿਸ਼ ਸ਼ਾਸਨ ਦੇ ਅਧੀਨ ਪੂਰਾ ਭਾਰਤ, ਜਿਹਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਸੀ, 11 ਜਿਹੜੀਆਂ ਹੈ ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ। ਅਤੇ ਜਿਹੜੀਆਂ 3 ਪ੍ਰਾਂਤਾਂ ਉੱਤਰ ਪ੍ਰਦੇਸ਼, ਪੰਜਾਬ ਤੇ ਮਦਰਾਸ ਦੇ ਵਿੱਚ ਜਿਹੜੀਆਂ ਬ੍ਰਹਮੋ ਸਮਾਜ ਦੀਆਂ ਜਿਹੜੀਆਂ ਸ਼ਿਖਾਵਾਂ ਹੈ, ਉਹ ਕੇਸ਼ਵ ਚੰਦਰ ਸੇਨ ਦੇ ਸਮੇਂ ਵਿੱਚ ਹੀ ਖੁੱਲ੍ਹੀਆਂ ਸਨ। ਅਤੇ ਚੌਥਾ ਜਿਹੜਾ ਪ੍ਰਾਂਤ ਆ ਉਹ ਬੰਗਾਲ ਸੀਗਾ, ਜਿੱਥੇ ਆਲਰੇਡੀ ਇਸ ਦੀ ਸਥਾਪਨਾ ਹੋਈ ਸੀ। 1865 ਦੇ ਵਿੱਚ ਦਵਿੰਦਰਨਾਥ ਟੈਗੋਰ ਤੇ ਕੇਸ਼ਵ ਚੰਦਰ ਸੇਨ ਵਿੱਚ ਮਤਭੇਦ ਹੋਣ ਕਾਰਨ ਬ੍ਰਹਮੋ ਸਮਾਜ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਦਵਿੰਦਰਨਾਥ ਟੈਗੋਰ ਦੀ ਅਗਵਾਈ ਨੂੰ ਮੰਨਣ ਵਾਲਿਆਂ ਨੇ ਆਪਣੇ ਸਮਾਜ ਦਾ ਨਾਂ ਆਦਿ ਬ੍ਰਹਮੋ ਸਮਾਜ ਰੱਖਿਆ, ਠੀਕ ਹੈ, ਧਿਆਨ ਰੱਖਣਾ ਹੈ। ਜਿਹੜੇ ਦਵਿੰਦਰਨਾਥ ਟੈਗੋਰ ਨੂੰ ਮੰਨਣ ਵਾਲੇ ਸੀਗੇ, ਉਹਨਾਂ ਨੇ ਆਪਣੇ ਸਮਾਜ ਦਾ ਨਾਂ ਆਦਿ ਬ੍ਰਹਮੋ ਸਮਾਜ ਰੱਖ ਲਿਆ। ਹਾਂਜੀ, ਇਹ ਗੱਲ ਧਿਆਨ ਰੱਖਣੀ ਹੈ, ਬ੍ਰਹਮੋ ਸਮਾਜ ਹੈ 2 ਹਿੱਸਿਆਂ 'ਚ ਵੰਡਿਆ ਗਿਆ ਸੀਗਾ। ਇੱਕ ਦੀ ਅਗਵਾਈ ਦਵਿੰਦਰਨਾਥ ਟੈਗੋਰ ਕਰ ਰਹੇ ਸੀ ਅਤੇ ਦੂਸਰੇ ਦੀ ਅਗਵਾਈ ਕੇਸ਼ਵ ਚੰਦਰ ਸੇਨ ਕਰ ਰਹੇ ਸੀ। ਹਾਂਜੀ, ਇਹ ਵੰਡ ਹੈ ਜਿਹੜੀ 1865 ਦੇ ਵਿੱਚ ਹੋਈ ਸੀ। ਹਾਂਜੀ, ਕੇਸ਼ਵ ਚੰਦਰ ਸੇਨ ਨੇ ਆਪਣੇ ਸਮਾਜ ਦਾ ਨਾਂ ਬ੍ਰਹਮੋ ਸਮਾਜ ਆਫ ਇੰਡੀਆ, ਜਿਹਨੂੰ ਭਾਰਤ ਵਰਸ਼ੀ ਬ੍ਰਹਮੋ ਸਮਾਜ ਕਿਹਾ ਜਾਂਦਾ ਹੈ, ਉਹ ਰੱਖਿਆ ਸੀ। ਕੇਸ਼ਵ ਚੰਦਰ ਸੇਨ ਦੇ ਅਧੀਨ ਬ੍ਰਹਮੋ ਸਮਾਜ ਨੇ ਕਾਫੀ ਉੱਨਤੀ ਕੀਤੀ। ਉਹਨਾਂ ਨੇ ਆਪਣੇ ਸਮਾਜ ਦੇ ਵਿੱਚ ਈਸਾਈ ਤੇ ਇਸਲਾਮੀ ਧਰਮ ਦੇ ਕੁਝ ਸਿਧਾਂਤਾਂ ਨੂੰ ਵੀ ਸ਼ਾਮਲ ਕਰ ਲਿਆ, ਕਿਉਂਕਿ ਇਹ ਉਦਾਰਵਾਦੀ ਵਿਚਾਰਧਾਰਾ ਦੇ ਸਨ, ਖੁੱਲ੍ਹੇ ਵਿਚਾਰਾਂ ਵਾਲੇ ਸਨ। ਇਸ ਕਰਕੇ ਇਹਨਾਂ ਨੇ ਇਸਲਾਮ ਤੇ ਈਸਾਈ ਧਰਮ ਦੇ ਕੁਝ ਸਿਧਾਂਤਾਂ ਨੂੰ ਵੀ ਬ੍ਰਹਮੋ ਸਮਾਜ ਵਿੱਚ ਸ਼ਾਮਲ ਕਰ ਲਿਆ, ਜਿਸ ਦੇ ਸਿੱਟੇ ਵਜੋਂ ਇਹਨਾਂ ਧਰਮਾਂ ਦੇ ਲੋਕ ਵੀ ਬ੍ਰਹਮੋ ਸਮਾਜ ਦੇ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਕੇਸ਼ਵ ਚੰਦਰ ਸੇਨ ਦੇ ਜਤਨਾਂ ਦੇ ਨਾਲ ਹੀ 1872 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਕਾਨੂੰਨ ਪਾਸ ਕਰਕੇ ਦੂਸਰੇ ਵਿਵਾਹ 'ਤੇ ਪਾਬੰਦੀ ਲਗਾ ਦਿੱਤੀ, ਠੀਕ ਹੈ, ਧਿਆਨ ਰੱਖਣਾ ਇੰਪੋਰਟੈਂਟ ਹੈ, ਠੀਕ ਹੈ। ਦੂਸਰੇ ਵਿਆਹ 'ਤੇ ਜਿਹੜੀ ਪਾਬੰਦੀ ਲਗਾਈ ਸੀ 1872 ਦੇ ਵਿੱਚ, ਅਤੇ ਯੋਗਦਾਨ ਸੀ ਕੇਸ਼ਵ ਚੰਦਰ ਸੇਨ ਦਾ। ਅਤੇ ਕੇਸ਼ਵ ਚੰਦਰ ਸੇਨ ਨੇ ਬ੍ਰਹਮੋ ਸਮਾਜ ਦੇ ਪ੍ਰਭਾਵ ਨੂੰ ਇਸ ਤਰ੍ਹਾਂ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਸਫਲ ਹੋਏ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ ਜੀ। ਕੇਸ਼ਵ ਚੰਦਰ ਸੇਨ ਨੇ ਇੰਡੀਅਨ ਰਿਫਾਰਮ ਐਸੋਸੀਏਸ਼ਨ ਨਾਂ ਦੀ ਇੱਕ ਸੰਸਥਾ ਦਾ ਗਠਨ ਕੀਤਾ। ਇੰਡੀਅਨ ਰਿਫਾਰਮ ਐਸੋਸੀਏਸ਼ਨ, ਧਿਆਨ 'ਚ ਰੱਖਣਾ ਹੈ। 1861 ਦੇ ਵਿੱਚ ਕੇਸ਼ਵ ਚੰਦਰ ਸੇਨ ਦੇ ਸੰਪਾਦਨਾ ਹੇਠ, ਯਾਨੀ ਕਿ ਸੰਪਾਦਕ ਦੇ ਤੌਰ 'ਤੇ ਕੰਮ ਕਰ ਰਹੇ ਸਨ। ਇੰਡੀਅਨ ਮਿਰਰ ਨਾਂ ਦਾ ਇੱਕ ਦੈਨਿਕ ਪੱਤਰ ਜਿਹੜਾ ਛਪਣਾ ਸ਼ੁਰੂ ਹੋਇਆ ਸੀ ਅੰਗਰੇਜ਼ੀ ਦੇ ਵਿੱਚ, ਠੀਕ ਹੈ, ਅੰਗਰੇਜ਼ੀ ਦਾ ਪਹਿਲਾ ਅਖਬਾਰ ਸੀਗਾ, ਇਹ ਧਿਆਨ 'ਚ ਰੱਖ ਲੈਣਾ। ਅਤੇ ਇੰਡੀਅਨ ਮਿਰਰ ਇਹਦਾ ਨਾਂ ਸੀਗਾ, ਅਤੇ ਸੰਪਾਦਕ ਜਿਹੜੇ ਉਹ ਕੇਸ਼ਵ ਚੰਦਰ ਸੇਨ ਸੀ। ਅਤੇ ਇਹ ਅਖਬਾਰ ਜਿਹੜਾ ਛਾਪਣਾ ਸ਼ੁਰੂ ਕੀਤਾ ਸੀਗਾ ਦਵਿੰਦਰਨਾਥ ਟੈਗੋਰ ਨੇ, ਠੀਕ ਹੈ, ਛਾਪਣਾ ਸ਼ੁਰੂ ਕੀਤਾ ਸੀ ਦਵਿੰਦਰਨਾਥ ਟੈਗੋਰ ਨੇ, ਅਤੇ ਸੰਪਾਦਕ ਦੇ ਤੌਰ 'ਤੇ ਕੰਮ ਕੀਤਾ ਸੀ ਕੇਸ਼ਵ ਚੰਦਰ ਸੇਨ ਨੇ। 1861 ਦੇ ਵਿੱਚ ਜਦੋਂ ਬ੍ਰਹਮੋ ਸਮਾਜ ਹੀ ਸੀ, ਇਹਦੀ ਵੰਡ ਨਹੀਂ ਹੋਈ ਸੀ, ਵੰਡ 65 ਵਿੱਚ ਹੋਈ ਸੀ, ਠੀਕ ਹੈ ਜੀ। ਬਾਅਦ ਵਿੱਚ ਇਹ ਜਿਹੜਾ ਪੱਤਰ ਹੈ ਬ੍ਰਹਮੋ ਸਮਾਜ ਦਾ ਮੁੱਖ ਪੱਤਰ ਬਣ ਗਿਆ, ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ। 2-3 ਗੱਲਾਂ ਇਹਦੇ ਵਿੱਚ ਹੁੰਦੀਆਂ। ਇੰਡੀਅਨ ਮਿਰਰ ਹੈ, ਉਹਦਾ ਸੰਪਾਦਕ ਕੌਣ ਸੀਗਾ, ਤਾਂ ਕੇਸ਼ਵ ਚੰਦਰ ਸੇਨ। ਇਹ ਇੰਡੀਅਨ ਮਿਰਰ ਅਖਬਾਰ ਕਿਸ ਨੇ ਸ਼ੁਰੂ ਕੀਤਾ ਸੀਗਾ, ਦਵਿੰਦਰਨਾਥ ਟੈਗੋਰ ਨੇ। ਕਿਸ ਭਾਸ਼ਾ ਵਿੱਚ ਛਪਣਾ ਸ਼ੁਰੂ ਹੋਇਆ ਸੀ, ਅੰਗਰੇਜ਼ੀ ਵਿੱਚ, ਠੀਕ ਹੈ। 1878 ਦੇ ਵਿੱਚ ਜਦੋਂ ਕੇਸ਼ਵ ਚੰਦਰ ਸੇਨ ਨੇ ਆਪਣੀ ਨਾਬਾਲਗ ਧੀ ਦਾ ਵਿਆਹ ਕੂਚ ਬਿਹਾਰ ਦੇ ਮਹਾਰਾਜਾ ਦੇ ਨਾਲ ਕੀਤਾ, ਤਾਂ ਇਸ ਸੰਗਠਨ ਦੇ ਵਿੱਚ ਫੁੱਟ ਪੈਣੀ ਸ਼ੁਰੂ ਹੋ ਗਈ, ਠੀਕ ਹੈ ਜੀ। ਇੱਕ ਵਾਰੀ ਤਾਂ ਪਹਿਲਾਂ ਫੁੱਟ ਪੈ ਚੁੱਕੀ ਸੀ, 2 ਹਿੱਸਿਆਂ 'ਚ ਵੰਡਿਆ ਗਿਆ ਸੀਗਾ। ਇੱਕ ਬ੍ਰਹਮੋ ਸਮਾਜ ਹੈ ਜਿਹੜਾ ਆਦਿ ਬ੍ਰਹਮੋ ਸਮਾਜ ਬਣ ਗਿਆ ਸੀਗਾ, ਉਹਦੀ ਅਗਵਾਈ ਦਵਿੰਦਰਨਾਥ ਟੈਗੋਰ ਕਰ ਰਹੇ ਸਨ, ਅਤੇ ਦੂਸਰਾ ਬਣ ਗਿਆ ਸੀਗਾ ਆਪਣੇ ਕੋਲ ਬ੍ਰਹਮੋ ਸਮਾਜ ਆਫ ਇੰਡੀਆ, ਠੀਕ ਹੈ ਜੀ। ਅਤੇ ਇਸ ਫੁੱਟ ਦੇ ਕਾਰਨ ਜਿਹੜਾ ਹੈ ਬ੍ਰਹਮੋ ਸਮਾਜ ਜਿਹੜਾ ਉਹ ਪਤਨ ਵੱਲ ਜਿਹੜਾ ਉਹ ਜਾਣਾ ਸ਼ੁਰੂ ਹੋ ਗਿਆ। ਹਾਂਜੀ, ਜਿਹੜਾ ਇਹ ਵਿਆਹ ਉਸਨੇ ਆਪਣੀ ਨਾਬਾਲਿਗ ਧੀ ਦਾ ਕੀਤਾ ਸੀ, ਇਹ ਪਰੰਪਰਾਗਤ ਹਿੰਦੂ ਪ੍ਰਣਾਲੀ ਦੇ ਅਨੁਸਾਰ ਹੋਇਆ ਸੀ, ਅਤੇ ਜਿਹੜਾ ਬ੍ਰਹਮ ਮੈਰਿਜ ਐਕਟ 1872 ਦਾ ਸੀਗਾ, ਉਹਦੀ ਇਹ ਉਲੰਘਣਾ ਕਰਦਾ ਹੋਇਆ ਸੀ। ਅਤੇ ਇਸੇ ਵਿਆਹ ਦੇ ਅਪਵਾਦ ਦੇ ਕਾਰਨ ਜਿਹੜੇ ਬਹੁਤ ਸਾਰੇ ਜਿਹੜੇ ਅਨੁਯਾਈ ਉਹਦੇ ਨਾਲ ਟੁੱਟ ਗਏ। ਕੇਸ਼ਵ ਚੰਦਰ ਦੇ ਬਹੁਤ ਸਾਰੇ ਅਨੁਯਾਈ ਉਸ ਤੋਂ ਸਮੂਹਿਕ ਤੌਰ 'ਤੇ ਵੱਖ ਹੋ ਗਏ, ਅਤੇ ਉਹਨਾਂ ਨੇ ਸਧਾਰਨ ਬ੍ਰਹਮੋ ਸਮਾਜ ਦੀ ਜਿਹੜੀ ਉਹ ਸਥਾਪਨਾ ਕੀਤੀ। ਕੇਸ਼ਵ ਚੰਦਰ ਸੇਨ ਹੈ ਜਿਹੜਾ ਬ੍ਰਹਮੋ ਸਮਾਜ ਦੇ ਆਖਰੀ ਜਿਹੜਾ ਪ੍ਰਸਿੱਧ ਆਗੂ ਹੋਇਆ। ਉਸ ਤੋਂ ਬਾਅਦ ਬ੍ਰਹਮੋ ਸਮਾਜ ਦਾ ਜਿਹੜਾ ਪ੍ਰਭਾਵ ਦਿਨੋਂ ਦਿਨ ਘਟਦਾ ਚਲਾ ਗਿਆ, ਠੀਕ ਹੈ ਜੀ। ਸਾਰੇ ਫੈਕਟ ਇੰਪੋਰਟੈਂਟ ਹੈ, ਬ੍ਰਹਮੋ ਸਮਾਜ ਦੇ ਨਾਲ ਸੰਬੰਧਿਤ ਇਹ ਧਿਆਨ 'ਚ ਰੱਖਣੇ। ਫਰੋਮ ਵੇਅਰ ਵਾਜ਼ ਦੀ ਨਿਊਜ਼ਪੇਪਰ ਇੰਡੀਅਨ ਮਿਰਰ ਪਬਲਿਸ਼ਡ ਇਨ ਦੀ ਡਿਕੇ ਆਫ 1880। 1880 ਦੇ ਦਹਾਕੇ ਦੇ ਵਿੱਚ ਇੰਡੀਅਨ ਮਿਰਰ ਹੈ ਜਿਹੜਾ ਉਹ ਅਖਬਾਰ ਕਿੱਥੋਂ ਛਪਦਾ ਸੀਗਾ, ਕਲਕੱਤਾ ਤੋਂ ਛਪਦਾ ਸੀਗਾ। ਇਹਦੇ ਸੰਪਾਦਕ ਹੈ ਜਿਹੜੇ ਉਹ ਕੇਸ਼ਵ ਚੰਦਰ ਸੇਨ ਸਨ। ਵਿਚ ਵਨ ਆਫ ਦੀ ਫੋਲੋਇੰਗ ਸਟੇਟਮੈਂਟ ਅਬਾਊਟ ਬ੍ਰਹਮੋ ਸਮਾਜ ਇਜ਼ ਔਰ ਆਰ ਕਰੈਕਟ। ਬ੍ਰਹਮੋ ਸਮਾਜ ਦੇ ਨਾਲ ਸੰਬੰਧਿਤ ਕਿਹੜੀ ਸਟੇਟਮੈਂਟ ਹੈ ਜਿਹੜੀ ਉਹ ਠੀਕ ਹੈ, ਉਹ ਦੱਸਣੀ ਆਪਾਂ। ਹਾਂਜੀ, ਬ੍ਰਹਮੋ ਸਮਾਜ ਵਾਜ਼ ਫਾਊਂਡਡ ਬਾਈ ਦਵਿੰਦਰਨਾਥ ਟੈਗੋਰ ਇਨ 1828। ਇਹਦਾ ਠੀਕ ਹੈ ਵੀ 1828 ਦੇ ਵਿੱਚ ਬ੍ਰਹਮੋ ਸਮਾਜ ਦੀ ਸਥਾਪਨਾ ਹੋਈ ਸੀ, ਪਰ ਉਹ ਦਵਿੰਦਰਨਾਥ ਟੈਗੋਰ ਨੇ ਕੀਤੀ ਸੀ, ਨਹੀਂ, ਠੀਕ ਹੈ ਜੀ, ਇਹ ਰਾਜਾ ਰਾਮ ਮੋਹਨ ਰਾਏ ਨੇ ਕੀਤੀ ਸੀ, ਇਹ ਗਲਤ ਹੋ ਗਿਆ ਜੀ। ਹਾਂਜੀ, ਬ੍ਰਹਮੋ ਸਮਾਜ ਅਪੋਜ਼ਡ ਦੀ ਆਈਡੀਆ ਆਫ ਵਿਡੋ ਰੀਮੈਰਿਜ। ਬ੍ਰਹਮੋ ਸਮਾਜ ਨੇ ਵਿਧਵਾ ਪੁਨਰ ਵਿਆਹ ਦੇ ਵਿਚਾਰ ਦਾ ਵਿਰੋਧ ਕੀਤਾ ਸੀ, ਨਹੀਂ ਜੀ, ਇਹਦਾ ਸਮਰਥਨ ਕੀਤਾ ਸੀਗਾ, ਠੀਕ ਹੈ ਜੀ। ਐਂਡ ਸਪੋਰਟਡ ਦੀ ਚਾਈਲਡ ਮੈਰਿਜ, ਅਤੇ ਜਿਹੜਾ ਬਾਲ ਵਿਵਾਹ ਹੈ ਉਹਦਾ ਸਪੋਰਟ ਕੀਤਾ ਸੀ, ਨਹੀਂ ਜੀ, ਇਹਦਾ ਅਪੋਜ਼ ਕੀਤਾ ਸੀ, ਇਹਦਾ ਵਿਰੋਧ ਕੀਤਾ ਸੀ। ਬਾਲ ਵਿਵਾਹ ਦਾ ਵਿਰੋਧ ਕੀਤਾ ਸੀ, ਅਤੇ ਵਿਧਵਾ ਪੁਨਰ ਵਿਆਹ ਇਹਦਾ ਸਮਰਥਨ ਕੀਤਾ ਸੀ। ਹਾਂਜੀ, ਕੇਸ਼ਵ ਚੰਦਰ ਸੇਨ ਵਾਜ਼ ਨਾਟ ਐਸੋਸੀਏਟਡ ਵਿਦ ਦੀ ਬ੍ਰਹਮੋ ਸਮਾਜ। ਕੇਸ਼ਵ ਚੰਦਰ ਸੇਨ ਬ੍ਰਹਮੋ ਸਮਾਜ ਦੇ ਨਾਲ ਸੰਬੰਧਿਤ ਨਹੀਂ ਸਨ, ਠੀਕ ਹੈ ਜੀ, ਇਹ ਗਲਤ ਹੋ ਗਿਆ ਜੀ। ਕੇਸ਼ਵ ਚੰਦਰ ਸੇਨ ਬ੍ਰਹਮੋ ਸਮਾਜ ਦੇ ਨਾਲ ਸੰਬੰਧਿਤ ਸਨ। ਇਟ ਫੋਕਸਡ ਔਨ ਪ੍ਰੇਅਰ, ਮੈਡੀਟੇਸ਼ਨ, ਰੀਡਿੰਗ ਆਫ ਦੀ ਸਕ੍ਰਿਪਚਰ। ਜਿਹੜਾ ਬ੍ਰਹਮੋ ਸਮਾਜ ਆ ਉਸਨੇ ਪ੍ਰਾਰਥਨਾ, ਮੈਡੀਟੇਸ਼ਨ ਅਤੇ ਧਾਰਮਿਕ ਕਿਤਾਬਾਂ ਪੜ੍ਹਨ 'ਤੇ ਜਿਹੜਾ ਫੋਕਸ ਕੀਤਾ ਸੀ, ਜ਼ੋਰ ਦਿੱਤਾ ਸੀ। ਹਾਂਜੀ, ਇਹ ਵੀ ਬਿਲਕੁਲ ਰਾਈਟ ਹੈ, ਠੀਕ ਹੈ ਜੀ। ਉਹਨਾਂ ਨੇ ਪੁੱਛਿਆ ਸੀ ਇਹਦੇ ਵਿੱਚ ਕਿਹੜੇ ਕਰੈਕਟ ਹੈ, ਕਰੈਕਟ ਇਹਦੇ ਵਿੱਚ ਆ ਜਾਏਗਾ ਜੀ 1 ਵੀ ਕਰੈਕਟ, ਕਰੈਕਟ ਇਹਦਾ ਬਣੇਗਾ ਓਨਲੀ 3 ਕਰੈਕਟ ਬਣੇਗਾ, ਬਾਕੀ ਸਾਰੀ ਗਲਤ ਹੈ। ਹੂ ਆਫ ਦੀ ਫੋਲੋਇੰਗ ਲੀਡਰ ਇਜ਼ ਨਾਟ ਐਸੋਸੀਏਟਡ ਵਿਦ ਦੀ ਬ੍ਰਹਮੋ ਸਮਾਜ। ਦੱਸਣਾ ਹੈ ਬ੍ਰਹਮੋ ਸਮਾਜ ਦੇ ਨਾਲ ਇਹਨਾਂ ਵਿੱਚੋਂ ਕਿਹੜਾ ਲੀਡਰ ਸੰਬੰਧਿਤ ਨਹੀਂ ਹੈ। ਦਵਿੰਦਰਨਾਥ ਟੈਗੋਰ ਇਹ ਸੰਬੰਧਿਤ ਹਨ ਜੀ, 1843 ਦੇ ਵਿੱਚ ਇਹਦੇ ਪ੍ਰਮੁੱਖ ਆਗੂ ਬਣੇ। ਕੇਸ਼ਵ ਚੰਦਰ ਸੇਨ ਹੈ ਜੀ, ਇਹ ਵੀ ਸੰਬੰਧਿਤ ਹੈ ਜੀ, 1856 ਦੇ ਵਿੱਚ ਇਸ ਨੂੰ ਵਾਂਗਡੋਰ ਸੰਭਾਲ ਦਿੱਤੀ ਸੀ ਦਵਿੰਦਰਨਾਥ ਟੈਗੋਰ ਨੇ। ਹਾਂਜੀ, ਰਾਜਾ ਰਾਮ ਮੋਹਨ ਰਾਏ ਦਾ ਫਾਊਂਡਰ ਹੈ ਜੀ ਬ੍ਰਹਮੋ ਸਮਾਜ ਦੇ। 1828 ਦੇ ਵਿੱਚ ਇਹਨਾਂ ਨੇ ਇਹਦੀ ਸਥਾਪਨਾ ਕੀਤੀ ਸੀ। ਆਤਮਾ ਰਾਮ ਪਾਂਡੂਰੰਗ, ਠੀਕ ਹੈ ਜੀ, ਇਹਦਾ ਇਸ ਬ੍ਰਹਮੋ ਸਮਾਜ ਨਾਲ ਕੋਈ ਸੰਬੰਧ ਨਹੀਂ। ਇਹ ਪ੍ਰਾਰਥਨਾ ਸਮਾਜ ਦਾ ਗਠਨ ਕੀਤਾ ਸੀ ਇਹਨਾਂ ਨੇ, ਠੀਕ ਹੈ ਜੀ, ਇਹ ਪ੍ਰਾਰਥਨਾ ਸਮਾਜ ਦੇ ਨਾਲ ਸੰਬੰਧਿਤ ਹੈ।
ਵੈਨ ਵਾਸ ਬ੍ਰਹਮੋ ਸਮਾਜ ਸਪਲਿਟ ਦੱਸਣਾ ਬ੍ਰਹਮੋ ਸਮਾਜ ਹੈ ਇਹਦੀ ਵੰਡ ਕਦੋਂ ਹੋਈ ਸੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸੀਗਾ। ਇੱਕ ਆਰ ਬ੍ਰਹਮੋ ਸਮਾਜ ਬਣ ਗਿਆ ਸੀ, ਇਹਦੀ ਅਗਵਾਈ ਦਵਿੰਦਰਨਾਥ ਟੈਗੋਰ ਕਰ ਰਹੇ ਸੀ, ਤੇ ਦੂਸਰਾ ਬਣ ਗਿਆ ਸੀ ਬ੍ਰਹਮੋ ਸਮਾਜ ਆਫ ਇੰਡੀਆ, ਕੇਸ਼ਵ ਚੰਦਰ ਸੇਨ ਇਹਦੀ ਅਗਵਾਈ ਕਰ ਰਹੇ ਸੀ 1865-66 ਦੇ ਵਿੱਚ। ਦਾ ਰਾਈਟ ਆਂਸਰ ਬਣੇਗਾ 1866। ਆਫਟਰ ਦੀ ਡੈਥ ਆਫ ਰਾਜਾ ਰਾਮ ਮੋਹਨ ਰਾਏ, ਰਾਜਾ ਰਾਮ ਮੋਹਨ ਰਾਏ ਦੀ ਮੌਤ ਤੋਂ ਬਾਅਦ ਬ੍ਰਹਮੋ ਸਮਾਜ ਸਪਲਿਟ ਇਨਟੂ ਟੂ ਸੈਕਸ਼ਨ, ਬ੍ਰਹਮੋ ਸਮਾਜ ਦੋ ਸੈਕਸ਼ਨਾਂ ਦੇ ਵਿੱਚ ਵੰਡਿਆ ਗਿਆ। ਬ੍ਰਹਮੋ ਸਮਾਜ ਆਫ ਇੰਡੀਆ, ਠੀਕ ਹੈ, ਬ੍ਰਹਮੋ ਸਮਾਜ ਆਫ ਇੰਡੀਆ ਬਿਲਕੁਲ ਸਹੀ ਹੈ। ਦੀ ਆਦਿ ਬ੍ਰਹਮੋ ਸਮਾਜ ਦੋਹਾਂ 'ਚ ਵੰਡਿਆ ਗਿਆ ਸੀ। ਹੂ ਆਰ ਦੀ ਲੀਡਰ ਆਫ ਦੀ ਟੂ ਸੈਕਸ਼ਨ, ਇਹਨਾਂ ਦੋਹਾਂ ਦੇ ਲੀਡਰ ਕੌਣ ਸਨ ਰਿਸਪੈਕਟਿਵਲੀ, ਕ੍ਰਮਵਾਰ ਦੱਸਣਾ ਹੈ। ਸਭ ਤੋਂ ਪਹਿਲਾਂ ਆਇਆ ਜੀ ਬ੍ਰਹਮੋ ਸਮਾਜ ਆਫ ਇੰਡੀਆ, ਇਹਦੇ ਕੇਸ਼ਵ ਚੰਦਰ ਸੇਨ ਸਨ, ਠੀਕ ਹੈ ਜੀ। ਕੇਸ਼ਵ ਚੰਦਰ ਸੇਨ ਨਹੀਂ ਆ ਰਿਹਾ, ਕੇਸ਼ਵ ਚੰਦਰ ਸੇਨ ਨਹੀਂ ਆ ਰਿਹਾ, ਇਹਨਾਂ ਦੋਵਾਂ 'ਚ ਕੇਸ਼ਵ ਚੰਦਰ ਸੇਨ ਹੈ। ਤੇ ਆਦਿ ਬ੍ਰਹਮੋ ਸਮਾਜ ਦੇ ਦਵਿੰਦਰਨਾਥ ਟੈਗੋਰ ਸੀ ਇਹਦੇ, ਠੀਕ ਹੈ ਜੀ। ਇੱਥੇ ਰਾਧਾ ਕਾਂਤ ਦੇਵ ਹੈ, ਇਹ ਵੀ ਗਲਤ ਹੋ ਗਿਆ ਜੀ ਆਪਣਾ, ਤੇ ਰਾਈਟ ਆਂਸਰ ਬਣ ਜਾਏਗਾ ਏ, ਠੀਕ ਹੈ ਜੀ। ਕੇਸ਼ਵ ਚੰਦਰ ਸੇਨ ਤੇ ਦਵਿੰਦਰਨਾਥ ਟੈਗੋਰ। ਵਿਚ ਆਫ ਦੀ ਫੋਲੋਇੰਗ ਇਜ਼ ਦੀ ਰਾਈਟ ਮੈਚ, ਇਹਨਾਂ 'ਚੋਂ ਸਹੀ ਮੈਚ ਦੱਸਣਾ ਕਿਹੜਾ ਜੀ। ਹਾਂਜੀ, ਕੇਸ਼ਵ ਚੰਦਰ ਸੇਨ ਬ੍ਰਹਮੋ ਸਮਾਜ ਆਫ ਇੰਡੀਆ ਦਾ ਗਠਨ ਕੀਤਾ ਸੀ, ਬਿਲਕੁਲ ਸਹੀ ਹੈ ਜੀ। ਦਵਿੰਦਰਨਾਥ ਟੈਗੋਰ ਆਦਿ ਬ੍ਰਹਮੋ ਸਮਾਜ, ਬਿਲਕੁਲ ਸਹੀ ਹੈ ਜੀ। ਇਹ ਜਦੋਂ ਬ੍ਰਹਮੋ ਸਮਾਜ ਦੀ ਵੰਡ ਹੋ ਜਾਂਦੀ ਹੈ ਤਾਂ ਦੋ ਸੈਕਸ਼ਨਾਂ 'ਚ ਵੰਡਿਆ ਜਾਂਦਾ। ਹਾਂਜੀ, ਦਯਾਨੰਦ ਸਰਸਵਤੀ ਨੇ ਆਰੀਆ ਸਮਾਜ ਦਾ ਗਠਨ ਕੀਤਾ ਸੀ, ਬਿਲਕੁਲ ਸਹੀ ਹੈ ਜੀ। ਇਹਦਾ ਰਾਈਟ ਆਂਸਰ ਬਣੇਗਾ ਆਲ ਆਫ ਦੀ ਅਬਵ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।